जी का खालसा वाहिगुरु जी की फतेह। आज ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਸਭ ਨੂੰ ਜੀ ਆਇਆਂ ਆਖਦੇ ਹਾਂ। ਹਰ ਸੋਮਵਾਰ ਵੀਰ ਹਰਜੀਤ ਸਿੰਘ ਜੀ ਸਾਡੇ ਨਾਲ ਗੁਰਬਾਣੀ ਦੇ ਅੰਦਰ ਆਏ ਸੰਕੇਤਕ ਸ਼ਬਦਾਂ ਦੀ ਵਿਆਖਿਆ ਸਾਂਝੀ ਕਰਦੇ ਹਨ। ਇਸ ਲੜੀ ਦੇ ਅੰਦਰ ਅਗਲਾ ਭਾਗ ਜੋ ਹੈ ਉਹਨਾਂ ਨੂੰ ਬੇਨਤੀ ਹੈ ਕਿ ਅੱਜ ਸੰਗਤ ਨਾਲ ਸਾਂਝਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਪਰਮ ਸਨਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਹੋਏ ਕੁਝ ਐਸੇ ਸ਼ਬਦ ਹਨ ਜਿਹੜੇ ਸੰਕੇਤਕ ਤੌਰ ਤੇ ਇਸਤੇਮਾਲ ਕੀਤੇ ਗਏ ਹਨ। ਕਈ ਵਾਰੀ ਸੰਕੇਤਕ ਤੌਰ ਤੇ ਇਸਤੇਮਾਲ ਕੀਤੇ ਹੋਏ ਸ਼ਬਦਾਂ ਦੇ ਵਿਚਾਰ ਸਾਨੂੰ ਸਮਝ ਨਾ ਹੋਵੇ ਤਾਂ ਅਸੀਂ ਉਹਨਾਂ ਨੂੰ ਸੰਕੇਤ ਨੂੰ ਵੀ ਅਸਲੀਅਤ ਦੀ ਗੱਲ ਮੰਨ ਲੈਂਦੇ ਹਾਂ। ਉਸਦੇ ਪਿੱਛੇ ਭਾਵਨਾ ਕੀ ਹੈ, ਉਹਦੀ ਸੱਚਾਈ ਕੀ ਹੈ, ਉਹਨੂੰ ਕਿਉਂ ਦਰਜ ਕੀਤਾ ਗਿਆ, ਇਹ ਗੱਲਾਂ ਸ਼ਾਇਦ ਸਾਨੂੰ ਪਤਾ ਨਹੀਂ ਹੁੰਦੀਆਂ, ਜਿਸ ਵਾਸਤੇ ਅਸੀਂ ਆਪਣੇ ਗੁਰਬਾਣੀ ਦੇ ਮੂਲ ਸਿਧਾਂਤ ਤੋਂ ਦੂਰ ਚਲੇ ਜਾਂਦੇ ਹਾਂ। ਤੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਚ ਆਏ ਹੋਈ ਸੰਕੇਤਕ ਸ਼ਬਦਾਵਲੀ ਉਹਦੀ ਅਸੀਂ ਵਿਚਾਰ ਕਰ ਰਹੇ ਹਾਂ। ਅੱਜ ਅਸੀਂ ਅੱਗੋਂ ਪੱਪੇ ਅੱਖਰ ਦੇ ਜਿਹੜੇ ਪੱਪੇ ਸ਼ਬਦ ਤੋਂ ਸ਼ੁਰੂ ਹੁੰਦੇ ਹਨ, ਅੱਖਰ ਤੋਂ ਸ਼ੁਰੂ ਹੁੰਦੇ ਹਨ, ਕੁਝ ਵਿਚਾਰਾਂ ਕਰ ਲਈਆਂ ਹਨ। ਬਿਲਕੁਲ ਥੋੜੀ ਜਿਹੀ ਵਿਚਾਰ ਇਹਦੀ ਬਾਕੀ ਹੈ, ਉਹ ਅੱਜ ਅਸੀਂ ਆਪ ਜੀ ਨਾਲ ਕਰਕੇ ਅੱਗੋਂ ਪੱਪਾ ਅੱਖਰ ਹੈ ਉਹਦੀ ਵਿਚਾਰ ਸ਼ੁਰੂ ਕਰਾਂਗੇ। ਅੱਜ ਦਾ ਸਾਡਾ ਸ਼ਬਦ ਜਿੱਥੋਂ ਸ਼ੁਰੂ ਕਰ ਰਿਹਾ ਹੋਇਆ ਪੰਡਤ। ਪੰਡਤ ਜਿਹੜਾ ਪੜ੍ਹਿਆ ਲਿਖਿਆ ਵਿਦਵਾਨ, ਸ਼ਾਸਤਰ ਵੇਦਾਂ ਦਾ ਗਿਆਤਾ ਬ੍ਰਾਹਮਣ, ਉਹਨੂੰ ਪੰਡਤ ਕਿਹਾ ਜਾਂਦਾ ਸੀ, ਕਿਉਂਕਿ ਬ੍ਰਾਹਮਣ ਦੀ ਜ਼ਿੰਮੇਵਾਰੀ ਉਹਨਾਂ ਦੀ ਵੰਡ ਅਨੁਸਾਰ ਵੇਦ ਪੜ੍ਹਨਾ, ਵੇਦ ਪੜ੍ਹਾਉਣਾ, ਜਗ ਕਰਨੇ, ਜਗ ਕਰਾਉਣੇ, ਦਾਨ ਦੇਣਾ, ਲੈਣਾ। ਇਸ ਕਰਕੇ ਇਸ ਪੁਰੋਹਿਤ ਨੂੰ ਪੰਡਤ ਜਾਂ ਪੁਰੋਹਿਤ ਨਾਂ ਦੇ ਲਫ਼ਜ਼ਾਂ ਨਾਲ ਵੀ ਇਹਨੂੰ ਇਕੱਠਾ ਯਾਦ ਕਰ ਲਿਆ ਜਾਂਦਾ ਹੈ। ਪਰ ਇਤਿਹਾਸਿਕ ਸੱਚਾਈ ਇਹ ਹੈ ਕਿ ਧਰਮ ਦੇ ਸੰਸਕਾਰ ਕਰਨੇ, ਕਰਾਉਣੇ, ਇਹਨਾਂ ਦੇ ਰੁਜ਼ਗਾਰ ਦਾ ਵਸੀਲਾ ਬਣਾ ਲਿਆ। ਇਸ ਕਰਕੇ ਪੰਡਿਤ ਜਿਹੜੇ ਸਨ ਇਹ ਬਹੁਤੇ ਕਰਕੇ ਕਰਮਕਾਂਡੀ ਹੋ ਗਏ। ਧਰਮ ਦੀ ਮੂਲ ਭਾਵਨਾ ਜਿਹੜੀ ਸੀ ਉਹ ਇਹਨਾਂ ਨੇ ਛੱਡ ਦਿੱਤੀ। ਇਸੇ ਕਰਕੇ ਹੀ ਗੀਤਾ ਦੇ ਵਿੱਚ ਜਿਹੜਾ ਉਪਦੇਸ਼ ਤ੍ਰੈਗੁਣਾਤਮਕ ਤੇ ਵੈਦਿਕ ਕਰਮ ਨੂੰ ਪਾਰ ਕਰਕੇ ਇਹ ਸਮਦ੍ਰਿਸ਼ਟਾ ਬਣ ਕੇ ਸੱਚੇ ਪੰਡਤ ਬਣ ਸਕੀਦਾ ਹੈ, ਕੇਵਲ ਕਿਤਾਬੀ ਗਿਆਨ ਦੇ ਜਾਂ ਕਿਸੇ ਹੋਰ ਗਿਣਤੀ ਮਿੰਤੀ ਨਾਲ ਨਹੀਂ, ਇਹਨਾਂ ਨੇ ਉਹ ਵੀ ਤਿਆਗ ਦਿੱਤਾ। ਤੋ ਪੰਡਤ ਜਿਹੜੇ ਕਰਮਕਾਂਡੀ ਹੋ ਗਏ ਉਹਨਾਂ ਦਾ ਵੀ ਜ਼ਿਕਰ ਆਇਆ, ਪੰਡਤ ਵਿਦਵਾਨ ਲਈ ਵੀ ਜ਼ਿਕਰ ਆਇਆ। ਪੰਡਤ ਦੀ ਅਸਲੀ ਪੰਡਤ ਹੋਣਾ ਕਿਹੋ ਜਿਹਾ ਚਾਹੀਦਾ ਹੈ ਉਹਦਾ ਜ਼ਿਕਰ ਵੀ ਗੁਰਬਾਣੀ ਵਿੱਚ ਆਇਆ। ਪੰਡਤ ਇੱਕ ਵਚਨ ਲਈ ਵੀ ਆਇਆ, ਪੰਡਤ ਬਹੁ ਵਚਨ ਲਈ ਵੀ ਆਇਆ। ਬਹੁਤ ਤਰ੍ਹਾਂ ਦੇ ਨਾਲ ਇਹ ਪੰਡਤ ਲਫ਼ਜ਼ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਇਸਤੇਮਾਲ ਕੀਤਾ ਗਿਆ ਹੈ। ਜਿਹੜੇ ਭਗਤੀ ਲਹਿਰ ਦੇ ਵਿੱਚ ਗੁਰੂ ਸੰਤਾਂ ਨੇ ਜਾਂ ਗੁਰੂ ਸਾਹਿਬਾਨ ਨੇ ਪੰਡਤ ਨੂੰ ਆਪਾ ਆਪ ਸਵਾਰਨ ਦੀ ਗੱਲ ਤੇ ਧਰਮੀ ਬਣਨ ਦੀ ਗੱਲ ਕੀਤੀ। ਹੁਣ ਇੱਥੇ ਥੋੜੀ ਜਿਹੀ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਪੰਡਤ ਦਾ ਸੰਬੰਧ ਕਿਸੇ ਜਾਤ ਬਰਾਦਰੀ ਨਾਲ ਨਹੀਂ ਹੈ। ਪੰਡਤ ਉਹ ਹਨ ਜਿਹੜੇ ਧਰਮ ਦਾ ਉਪਦੇਸ਼ ਕਰਦੇ ਹਨ, ਧਰਮ ਦੇ ਆਪਣੇ ਆਪ ਨੂੰ ਧਰਮੀ ਸਮਝਦੇ ਹਨ, ਜਿਹੜੇ ਆਪਣੇ ਆਪ ਨੂੰ ਸਿਆਣਾ ਵੀ ਸਮਝਦੇ ਹਨ ਜਾਂ ਗਿਆਨਵਾਨ ਵੀ ਸਮਝਦੇ ਹਨ। ਦੂਜੇ ਲਫ਼ਜ਼ਾਂ 'ਚ ਇਹ ਗੱਲ ਵੀ ਕਹਿ ਲਵਾਂ ਕਿ ਸਾਡੇ ਧਰਮ ਵਿੱਚ ਵੀ ਪ੍ਰਚਾਰਕ ਸ਼੍ਰੇਣੀ, ਜੇ ਉਸ ਨੂੰ ਪੰਡਤ ਵੀ ਕਹਿ ਲਿਆ ਜਾਵੇ ਤਾਂ ਕੋਈ ਹਰਜ ਵਾਲੀ ਗੱਲ ਨਹੀਂ ਹੈ, ਪਰ ਕਿਉਂਕਿ ਪੰਡਤ ਲਫ਼ਜ਼ ਬਦਨਾਮ ਹੋ ਗਿਆ, ਇਸ ਵਾਸਤੇ ਉਹਦਾ ਪੰਡਤ ਲਫ਼ਜ਼ ਜਿਹੜਾ ਸੀ ਇਸਤੇਮਾਲ ਕਰਨਾ ਬੰਦ ਹੋ ਗਿਆ।
ਲੇਕਿਨ ਦੂਜੇ ਮਤਾਂ ਵਿੱਚ ਇਹ ਪੰਡਤ ਲਫ਼ਜ਼ ਅਜੇ ਵੀ ਚੱਲਦਾ ਹੈ। ਲੇਕਿਨ ਜੇ ਗੱਲ ਅਸੀਂ ਸਮਝਦੇ ਹਾਂ ਕਿ ਜਿਹੜੀਆਂ ਊਣਤਾਈਆਂ ਉਹਨਾਂ ਪੰਡਤਾਂ ਦੇ ਵਿੱਚ ਆਈਆਂ, ਉਹਨਾਂ ਤੋਂ ਜ਼ਿਆਦਾ ਊਣਤਾਈਆਂ ਸਾਡੇ ਪ੍ਰਚਾਰਕਾਂ ਵਿੱਚ, ਖਾਸ ਕਰਕੇ ਗੁਰਦੁਆਰਾ ਸਾਹਿਬ ਜੀ ਦੇ, ਜਿਨ੍ਹਾਂ ਨੂੰ ਅਸੀਂ ਗ੍ਰੰਥੀ ਸਿੰਘ ਦਾ ਮਾਣ ਦਿੰਦੇ ਹਾਂ, ਉਹਨਾਂ ਦੇ ਜੀਵਨ ਵਿੱਚ ਵੀ ਆ ਗਈਆਂ। ਕਾਰਨ ਰੁਜ਼ਗਾਰ, ਕਾਰਨ ਵਸੀਲਾ ਉਹਨਾਂ ਨੇ ਆਪਣੀ ਜ਼ਿੰਦਗੀ ਜਿਉਣ ਦਾ ਢੰਗ ਉਹਨੂੰ ਬਣਾ ਲਿਆ। ਜਦ ਕਿ ਸਤਿਗੁਰੂ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਜੋ ਮਤ ਚਲਾਇਆ ਸੀ, ਉਹਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਧਰਮ ਕਰਮ ਕਰਨ ਦਾ ਅਧਿਕਾਰ ਜਾਂ ਰਾਜਾ ਬਖਸ਼ਾ ਨਹੀਂ ਸੀ ਬਣਾ ਦਿੱਤਾ ਕਿਸੇ ਖਾਸ ਵਿਅਕਤੀ ਨੂੰ। ਹਰ ਵਿਅਕਤੀ ਨੂੰ ਖੁੱਲ੍ਹ ਸੀ ਕਿ ਉਹ ਧਰਮ ਦੇ ਕਰਮ ਆਪ ਕਰ ਸਕਦਾ ਹੈ। ਇਸੇ ਵਾਸਤੇ ਕਿਹਾ ਜਾਂਦਾ ਹੈ ਕਿ ਸਿੱਖ ਆਪਣੀ ਅਰਦਾਸ ਆਪ ਕਰੇ। ਪਰ ਜਦੋਂ ਅਸੀਂ ਖਾਸ ਵਕਤ ਦੇ ਉੱਤੇ ਘਰ ਵਿੱਚ ਜਨਮ ਤੋਂ ਲੈ ਕੇ ਮਰਨ ਤੱਕ ਦੇ ਸੰਸਕਾਰ ਕਰਦੇ ਹਾਂ, ਤਾਂ ਅਸੀਂ ਭਾਈ ਸਾਹਿਬ ਜੀ ਨੂੰ ਬੁਲਾਉਂਦੇ ਹਾਂ ਸਪੈਸ਼ਲ ਤੌਰ ਦੇ ਉੱਤੇ। ਉਹਨਾਂ ਦੇ ਪਾਕਟ 'ਚ, ਉਹਨਾਂ ਦੀਆਂ ਮੁੱਠੀਆਂ ਵਿੱਚ ਪੈਸੇ ਵੀ ਦਿੰਦੇ ਆ, ਡਾਲਰ ਵੀ ਦਿੰਦੇ ਆ, ਉਹਨਾਂ ਕੋਲ ਅਰਦਾਸ ਵੀ ਕਰਾਉਂਦੇ, ਕਿਉਂਕਿ ਸਾਡਾ ਅਫਸੋਸ ਇਹ ਹੈ, ਦੁੱਖ ਇਹ ਹੈ ਕਿ ਸਾਨੂੰ ਆਪ ਨੂੰ ਅਰਦਾਸ ਕਰਨੀ ਹੀ ਨਹੀਂ ਆਉਂਦੀ। ਬਹੁਤ ਸਾਰੇ ਸਾਡੇ ਸਿੱਖ ਪਰਿਵਾਰ ਹਨ ਜਿਨ੍ਹਾਂ ਨੂੰ ਆਪ ਅਰਦਾਸ ਵੀ ਕਰਨੀ ਨਹੀਂ ਆਉਂਦੀ, ਜਦ ਕਿ ਗੁਰੂ ਨਾਨਕ ਪਾਤਸ਼ਾਹ ਨੇ ਹਰ ਸਿੱਖ ਨੂੰ 2 ਟਾਈਮ ਅਰਦਾਸ ਕਰਨ ਦੀ, ਤੇ ਪੰਥ ਨੇ ਸਿੱਖ ਨੂੰ ਹਰ ਰੋਜ਼ 2 ਵੇਲੇ ਅਰਦਾਸ ਕਰਨ ਦੀ ਪਰੰਪਰਾ ਵੀ ਕੀਤੀ ਦਿੱਤੀ। ਉਹ ਸੀ ਸਵੇਰ ਦੀ ਅੰਮ੍ਰਿਤ ਵੇਲੇ ਦੇ ਨਿਤਨੇਮ ਤੋਂ ਬਾਅਦ ਦੀ ਅਰਦਾਸ, ਸ਼ਾਮ ਤੋਂ ਸੋਧਰ ਤੋਂ ਬਾਅਦ ਦੀ ਅਰਦਾਸ। ਇਹ ਹਰ ਸਿੱਖ ਨੂੰ ਆਉਣੀ ਵੀ ਚਾਹੀਦੀ ਹੈ। ਜੇ ਸਿੱਖ ਨੂੰ ਅਰਦਾਸ ਨਹੀਂ ਆਉਂਦੀ ਤੇ ਇਹਦਾ ਮਤਲਬ ਉਹ ਡਿਪੈਂਡੈਂਟ ਹੋ ਜਾਏਗਾ, ਆਜ਼ਾਦ ਨਹੀਂ ਹੋ ਸਕੇਗਾ। ਤਾਂ ਗੁਰੂ ਸਾਹਿਬ ਜੀ ਨੇ ਜਿਹੜਾ ਸ਼ਬਦ ਇਸਤੇਮਾਲ ਕੀਤਾ ਉਹ ਜੀਵਨ ਜਾਚ ਦੇ ਲਈ ਸੀ। ਪੰਡਿਤ ਨੂੰ ਆਪਾ ਸਵਾਰਨ ਦੇ ਲਈ ਗੱਲ ਕੀਤੀ, ਉਹਨੂੰ ਧਰਮੀ ਬਣਨ ਦੇ ਉੱਤੇ ਗੱਲ ਕੀਤੀ। ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਆਸਾ ਰਾਗ ਦੇ ਵਿੱਚ ਅਸੀਂ ਪੱਟੀ ਪੜ੍ਹਦੇ ਹਾਂ ਗੁਰੂ ਨਾਨਕ ਪਾਤਸ਼ਾਹ ਦੀ, ਉੱਥੇ ਅੰਗੰਗ ਗਿਆਨ ਬੁੱਝੇ ਜੇ ਕੋਈ, ਪੜ੍ਹਿਆ ਪੰਡਿਤ ਸੋਈ, ਸਰਬ ਜੀਆਂ ਮੈਂ ਇੱਕੋ ਜਾਣੇ, ਤਾਂ ਹਉਮੈ ਕਹੇ ਨਾ ਕੋਈ। ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਸੋ ਪੰਡਿਤ ਜੋ ਤਿਹ ਗੁਨਾ ਕੀ ਪੰਡ ਉਤਾਰੇ। ਜਿਹੜੇ ਰਜੋਗੁਣ, ਤਮੋਗੁਣ, ਸਤੋਗੁਣ ਜਿਹੜੇ ਹਨ, ਉਹਨਾਂ ਤੋਂ ਉੱਚਾ ਉੱਠ ਜਾਏ, ਉਹਨਾਂ ਤੋਂ ਉੱਪਰ ਉੱਠ ਕੇ ਗੱਲ ਕਰੇ। ਉਹਨਾਂ ਦੀ ਗੱਲ ਜਿਹੜੀ ਹੈ ਉਹ ਜ਼ਿਕਰ ਕੀਤਾ ਗਿਆ। ਰਜਗੁਣ, ਤਮਗੁਣ, ਸਤਗੁਣ ਜਿਹੜੀ ਇਹ ਮਾਇਆ ਹੈ, ਇਹ ਤੋਂ ਉੱਪਰ ਉੱਠ ਜਾਏ, ਜਿਹਦਾ ਸਵਾਲ ਵੀ ਅੱਜ ਸਾਨੂੰ ਆਇਆ। ਤਾਂ 3 ਗੁਣਾਂ ਦੀ, ਇਹ ਮਾਇਆ ਦੇ 3 ਗੁਣਾਂ ਦੀ ਪੰਡ ਜਿਹੜੀ ਹੈ ਉਤਾਰੇ ਦੇਵੇ, ਤੇ ਹਰ ਵੇਲੇ ਪ੍ਰਮਾਤਮਾ ਨੂੰ ਆਪਣੇ ਨਾਲ ਦੇਖੇ। ਅੰਦਨ ਇੱਕੋ ਨਾਮ ਬਖਾਣੇ, ਉਹਦੀ ਨਾਮ ਦੇ ਵਿੱਚ ਜੁੜਿਆ ਰਵੇ। ਸਤਿਗੁਰ ਕੀ ਉਹ ਦੀਖਿਆ ਲੇ, ਸਤਿਗੁਰ ਆਗੇ ਸੀਸ ਧਰੇ, ਸਦਾ ਅਲੰਗ ਰਹੇ ਨਿਰਵਾਨ, ਸੋ ਪੰਡਿਤ ਦਰਗਾਹ ਪ੍ਰਵਾਨ। ਇਹ ਪ੍ਰਵਾਨ ਹੈ ਜਿਹੜਾ ਨਿਰਲੇਪ ਹੋ ਕੇ ਜ਼ਿੰਦਗੀ ਜਿਉਂਦਾ ਹੈ। ਸੋ ਪੰਡਿਤ ਜੋ ਮਨ ਪ੍ਰਬੁੱਧੇ, ਰਾਮ ਨਾਮ ਆਤਮ ਮੈਂ ਸੋਧੈ, ਰਾਮ ਨਾਮ ਸਾਰ ਰਸ ਪੀਵੇ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ। ਇਹ ਗੁਰੂ ਅਰਜਨ ਦੇਵ ਮਹਾਰਾਜ ਨੇ ਸੁਖਮਣੀ ਦੀ ਬਾਣੀ ਵਿੱਚ ਵੀ ਸਾਨੂੰ ਇਹਦਾ ਜ਼ਿਕਰ ਕੀਤਾ ਹੈ, ਇਹਦੇ ਬਾਰੇ ਸਾਨੂੰ ਜਾਣਕਾਰੀ ਬਖਸ਼ੀ ਹੈ, ਪੰਡਿਤ ਦੀ ਪਰਿਭਾਸ਼ਾ ਜਿਹੜੀ ਹੈ ਉਹ ਦਿੱਤੀ ਹੈ। ਤੋ ਪੰਡਿਤ ਕਿਸੇ ਖਾਸ ਇੱਕ ਸ਼੍ਰੇਣੀ ਦਾ ਨਾਮ ਨਹੀਂ ਹੈ। ਹਰ ਪੜ੍ਹਿਆ ਲਿਖਿਆ ਧਰਮ ਦੀ ਕਾਰ ਕਰਨ ਵਾਲਾ ਉਹ ਪੰਡਿਤ ਹੈ। ਲੇਕਿਨ ਪੰਡਿਤ ਦਾ ਜੀਵਨ ਜਿਹੜਾ ਹੈ ਉਹ ਧਰਮ ਉਪਦੇਸ਼ਾਂ ਅਨੁਸਾਰ, ਧਰਮ ਸ਼ਾਸਤਰਾਂ ਅਨੁਸਾਰ, ਗੁਰੂ ਦੇ ਹੁਕਮਾਂ ਅਨੁਸਾਰ, ਆਪਣੇ ਮਤ ਦੇ ਨਿਯਮਾਂ ਅਨੁਸਾਰ ਹੋਣਾ ਚਾਹੀਦਾ ਹੈ। ਜਿਹੜਾ ਪੰਡਿਤ ਉਹ ਹੈ ਉਹਨੂੰ ਪ੍ਰਵਾਨ ਕੀਤਾ ਗਿਆ। ਬਾਕੀ ਕਰਮਕਾਂਡੀ ਨੂੰ ਗੁਰੂ ਸਾਹਿਬ ਜੀ ਨੇ ਬਾਰ-ਬਾਰ ਗੁਰਬਾਣੀ 'ਚ ਬਹੁਤ ਸਾਰੀਆਂ ਉਦਾਹਰਨਾਂ ਐਸੀਆਂ ਦੇ ਕੇ ਅਜਿਹੇ ਪੰਡਿਤ ਦੇ ਜਿਹੜਾ ਸੀ ਉਹਨੂੰ ਨਿੰਦਿਆ ਵੀ ਕੀਤੀ ਗਈ, ਜਾਂ ਇਹ ਕਹਿ ਲਈਏ ਉਸ ਪੰਡਿਤ ਦਾ ਵਿਰੋਧ ਵੀ ਕੀਤਾ ਗਿਆ। ਤੋ ਇਹ ਜਿਹੜਾ ਪੰਡਿਤ ਦੀ ਗੱਲ ਕੀਤੀ, ਉਹ ਗੁਰੂ ਸਾਹਿਬ ਜੀ ਨੇ ਇਸ ਢੰਗ ਦੇ ਨਾਲ ਇਸ ਸ਼ਬਦ ਦਾ ਇਸਤੇਮਾਲ ਜਿਹੜਾ ਹੈ ਇਹ ਕੀਤਾ ਹੈ। ਅਗਲਾ ਸ਼ਬਦ ਅਸੀਂ ਲੈ ਲੈਂਦੇ ਹਾਂ ਜੀ, ਪਾਰਜਾਤ। ਇਹ ਸ਼ਬਦ ਵੀ ਗੁਰਬਾਣੀ ਵਿੱਚ ਬਹੁਤ ਸਾਰਾ ਇਸਤੇਮਾਲ ਕੀਤਾ ਗਿਆ। ਮੰਨਿਆ ਜਾਂਦਾ ਹੈ ਇਹ ਇੱਕ ਰੁੱਖ ਹੈ, ਇਹ ਸਮੁੰਦਰ ਤੋਂ ਪੈਦਾ ਹੋਇਆ ਇੱਕ ਬਿਰਛ ਹੈ, ਇਹ ਮੰਨੀ ਜਾਂਦੀ ਹੈ। ਪੁਰਾਣਾਂ ਅਨੁਸਾਰ ਜਦੋਂ ਸਮੁੰਦਰ ਨੂੰ ਮੰਥਿਆ ਗਿਆ ਤਾਂ ਉਹਦੇ ਵਿੱਚੋਂ ਰਿੜਕਿਆ ਗਿਆ ਤੇ ਇੱਕ ਰੁੱਖ ਨਿਕਲਿਆ, ਤੇ ਇਹ ਰੁੱਖ ਜਿਹੜਾ ਸੀ ਇੰਦਰ ਦੇ ਹਿੱਸੇ ਵਿੱਚ ਆ ਗਿਆ। ਇੰਦਰ ਦੀ ਪਤਨੀ ਜਿਹੜੀ ਸੱਚੀ ਇਸ ਨੂੰ ਪਿਆਰ ਕਰਨ ਲੱਗ ਪਈ, ਪਿਆਰ ਕਰਦੀ ਸੀ। ਜਦੋਂ ਕ੍ਰਿਸ਼ਨ ਜੀ ਇੰਦਰ ਨੂੰ ਮਿਲਣ ਵਾਸਤੇ ਸਵਰਗ ਲੋਕ 'ਚ ਗਏ, ਜੋ ਪੁਰਾਤਨ ਪਰੰਪਰਾਵਾਂ ਦੀ ਮੈਂ ਗੱਲ ਕਰ ਰਿਹਾ ਹਾਂ, ਤਾਂ ਉੱਥੇ ਉਹਨਾਂ ਦੀ ਰਾਣੀ
ਸਤਿਆਭਾਮਾ ਨੇ ਕ੍ਰਿਸ਼ਨ ਜੀ ਨੂੰ ਪਾਰਜਤ ਦਵਾਰਕਾ ਵਿਖੇ ਲੈ ਜਾਣ ਦੀ ਬੇਨਤੀ ਕੀਤੀ, ਮੈਨੂੰ ਉੱਥੇ ਲੈ ਜਾਓ। ਇੰਦਰ ਇਹ ਰੁੱਖ ਦੇਣਾ ਨਹੀਂ ਸੀ ਚਾਹੁੰਦਾ, ਜਿਸ ਕਰਕੇ ਦੋਹਾਂ ਦੇ ਵਿੱਚ ਫਿਰ ਯੁੱਧ ਹੋਇਆ। ਅੰਤ ਵਿੱਚ ਇੰਦਰ ਹਾਰ ਗਿਆ। ਕ੍ਰਿਸ਼ਨ ਜੀ ਇਹ ਰੁੱਖ ਸਤਿਆਭਾਮਾ ਦੇ ਵਿਹੜੇ ਵਿੱਚ ਲਿਆ ਕੇ ਉਹਨਾਂ ਨੇ ਲਾ ਦਿੱਤਾ। ਕ੍ਰਿਸ਼ਨ ਜੀ ਦੇ ਦੇਹਾਂਤ ਮਗਰੋਂ ਇਹ ਰੁੱਖ ਆਪਣੇ ਆਪ ਉੱਡ ਕੇ ਕਿਤੇ ਇੰਦਰਲੋਕ ਵਿੱਚ ਫਿਰ ਵਾਪਸ ਪਹੁੰਚ ਗਿਆ। ਕਿਧਰੇ ਕਿਤੇ ਇਹ ਪਾਰਜਾਤ ਨੂੰ ਕਲਪ ਵ੍ਰਿਸ਼ ਵੀ ਕਿਹਾ ਗਿਆ ਹੈ, ਅਤੇ ਭਾਵ ਇਹ ਕਲਪ ਦਾ ਅਰਥ ਇਹ ਕਾਮਨਾਵਾਂ ਪੂਰੀਆਂ ਕਰਨ ਵਾਲਾ ਰੁੱਖ। ਇਹ ਕਿਤੇ ਕਿਤੇ ਪਾਰਜਾਤ ਲਈ ਇਸਤੇਮਾਲ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਪਾਰਜਾਤ ਤੇ ਹੋਰ ਜਿਹੜੀਆਂ ਸਿੱਧੀਆਂ ਨੂੰ ਪਰਮਾਤਮਾ ਦੇ ਸਿਮਰਨ ਨਾਲ ਜੋੜ ਕੇ ਸਮਝਾਇਆ ਗਿਆ ਹੈ। ਗੁਰੂ ਅਰਜਨ ਦੇਵ ਜੀ ਮਨੁੱਖ ਨੂੰ ਇਹ ਗੱਲ ਸਮਝਾਉਂਦੇ ਨੇ ਕਿ ਪਾਰਜਾ ਰੁੱਖ ਜਾਂ ਕਾਮਧੇਨ ਗਊ, ਇਹ ਤਾਂ ਉਹ ਆਪਣੇ ਗੁਰੂ ਦੀ ਸੇਵਾ ਕਰੇ, ਉਸ ਦੀ ਸਿੱਖਿਆ ਤੇ ਚੱਲੇ, ਫਿਰ ਉਸ ਨੂੰ ਅਹਿਸਾਸ ਹੋ ਜਾਵੇਗਾ ਕਿ ਪਰਮਾਤਮਾ ਦਾ ਨਾਮ ਹੀ ਇਹ ਸਾਰੀਆਂ ਦਾਤਾਂ ਦੇਣ ਵਾਲਾ ਹੈ। ਕਿਸੇ ਖਾਸ ਰੁੱਖ ਵਿੱਚ ਜਾਂ ਕਿਸੇ ਗਊ ਦੇ ਕੋਲ ਇਹ ਦਾਤਾਂ ਨਹੀਂ ਹਨ, ਪਰਮਾਤਮਾ ਦਾ ਨਾਮ ਹੀ ਸਾਰੀਆਂ ਦਾਤਾਂ ਦੇਣ ਵਾਲਾ ਹੈ। ਮਾਰੂ ਸੋਲਹ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਬਚਨ ਆਉਂਦਾ ਹੈ, ਪਾਰਜਾਤ ਲੂਣੇ ਮਨ ਪਿਆਰੇ, ਕਾਮ ਧਿਨ ਸੋਹੀ ਦਰਬਾਰੇ, ਤ੍ਰਿਪਤ ਸੰਤੋਖ ਸੇਵਾ ਗੁਰਪੂਰੇ, ਨਾਮ ਕਮਾਏ ਰਸਾਇਨਾ। ਇਹ 1078 ਅੰਕ ਦੇ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਇਹ ਬਚਨ ਜਿਹੜਾ ਹੈ, ਇਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਮਾਰੂ ਸੋਲਹ ਦੇ ਵਿੱਚ ਇਹ ਬਚਨ ਆਉਂਦਾ ਹੈ। ਤੋ ਜੇ ਅਸੀਂ ਆਮ ਤੌਰ ਤੇ ਇਹ ਜਿਹੜਾ ਇੱਕ ਹੁਕਮ ਵੀ ਅਸੀਂ ਪੜ੍ਹਦੇ ਹਾਂ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨ। ਕਾਮ ਧੇਨ ਦਾ ਜ਼ਿਕਰ ਉੱਥੇ ਵੀ ਸਾਨੂੰ ਮਿਲਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਜਿਸ ਗੁਰੂ ਪਿਆਰੇ ਨੇ, ਗੁਰਮੁਖ ਨੇ ਆਪਣੇ ਮਨ ਦੇ ਜਾਂ ਹਿਰਦੇ ਦੇ ਵਿੱਚ ਪ੍ਰਮਾਤਮਾ ਦੇ ਨਾਮ ਨੂੰ ਵਸਾ ਲਿਆ, ਪ੍ਰਮਾਤਮਾ ਦੇ ਨਾਮ ਨਾਲ ਡੂੰਘੀ ਸਾਂਝ ਬਣਾ ਲਈ, ਸਮਝੋ ਉਹਨੂੰ ਪਾਰਜਾਤ ਦੀ ਪ੍ਰਾਪਤੀ ਹੋ ਗਈ। ਉਹਦੀਆਂ ਸਾਰੀਆਂ ਇੱਛਾ ਜਿਹੜੀਆਂ ਸਨ ਆਪਣੇ ਆਪ ਹੀ ਪੂਰੀਆਂ ਹੁੰਦੀਆਂ ਰਹਿੰਦੀਆਂ, ਭਾਵ ਉਹਨੂੰ ਰੱਬੀ ਰਜ਼ਾ ਵਿੱਚ ਚੱਲਣ ਦੀ ਜਾਚ ਆ ਜਾਂਦੀ ਹੈ। ਸਤਿਗੁਰੂ ਦਾ ਇੱਕ ਸ਼ਬਦ ਗੁਜਰੀ ਰਾਗ ਵਿੱਚ ਆਉਂਦਾ ਹੈ, ਪਾਰਜਾਤ ਕਰ ਆਂਗਨ ਮੇਰੇ, ਉਹ ਪੱਤਰ ਤਤ ਡਾਲਾ, ਸਰਬਜੋਤ ਨਰੰਜਨ ਸੰਭੂ ਛੋਡੋ ਬਹੁਤ ਜੰਜਾਲਾ, ਸੁਣ ਸਿਖਵੰਤੇ ਨਾਨਕ ਬਿਨਵੇ, ਛੋਡੋ ਮਾਇਆ ਜਾਲਾ, ਮਨ ਵਿਚਾਰ ਏਕ ਨਿਵ ਲਾਗੀ, ਪੁਨਰਬ ਜਨਮ ਨਾ ਕਾਲਾ। ਘਰ ਆਂਗਨ ਮਤਲਬ ਘਰ ਦੇ ਵਿਹੜੇ 'ਚ ਲੱਗਿਆ ਹੋਇਆ, ਮੇਰੇ ਹਿਰਦੇ ਰੂਪੀ ਘਰ ਦੇ ਵਿਹੜੇ ਵਿੱਚ ਪਾਰਜਾਤ ਘਰ ਆਂਗਨ ਮੇਰਾ। ਆਂਗਨ ਦਾ ਅਰਥ ਵਿਹੜਾ ਹੁੰਦਾ। ਤਾਂ ਮੇਰੇ ਉਸ ਘਰ ਰੂਪੀ ਸਰੀਰ ਰੂਪੀ ਘਰ ਦੇ ਵਿਹੜੇ ਵਿੱਚ ਉਹ ਜਿਹੜਾ ਲੱਗਿਆ ਹੋਇਆ ਹੈ, ਵੀ ਪੋਹ ਪੱਤਰ ਪਦ, ਪੋਹ ਦਾ ਅਰਥ ਫੁੱਲ ਹੁੰਦਾ ਹੈ, ਡਾਲਾ ਦਾ ਅਰਥ ਟਹਿਣੀਆਂ ਹੁੰਦੀਆਂ ਨੇ, ਡਾਲੀਆਂ ਟਹਿਣੀਆਂ। ਤੋ ਸਿਖਵੰਤ ਦਾ ਅਰਥ ਜਿਹੜਾ ਅਗਲੀ ਸੁਣ ਸਿਖਵੰਤੇ, ਭਾਵ ਮੇਰੇ ਸਿੱਖੋ, ਮੇਰੇ ਪਿਆਰੇ ਸਿੱਖੋ, ਗੱਲ ਸੁਣੋ। ਗੁਰੂ ਨਾਨਕ ਸਾਹਿਬ ਗੱਲ ਸਮਝਾਉਂਦੇ ਨੇ ਵੀ ਜਿਹੜਾ ਬੰਦਾ ਮਾਇਆ ਦੇ ਜੰਜਾਲਾਂ ਨੂੰ ਛੱਡ ਕੇ ਇੱਕ ਮਨ ਵਿੱਚ ਇੱਕ ਪਰਮਾਤਮਾ ਦੇ ਨਾਲ ਆਪਣੀ ਲਿਵ ਜੋੜਦਾ ਹੈ, ਉਹਨੂੰ ਫਿਰ ਜਨਮ ਮਰਨ ਦੇ ਦੁਬਾਰਾ ਗੇੜ ਵਿੱਚ ਨਹੀਂ ਆਉਣਾ ਪੈਂਦਾ। ਉਹਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਹਨ, ਉਹ ਸਾਰੀਆਂ ਇੱਛਾ ਦਾ ਪੂਰੀਆਂ ਕਰਨ ਦਾ ਯੋਗ ਹੋ ਜਾਂਦਾ ਹੈ। ਜਦੋਂ ਅਸੀਂ ਸੁਖਮਣੀ ਨੂੰ ਪੜ੍ਹਦੇ ਹਾਂ, ਜਿਹੜੀ ਗੁਰੂ ਸਾਹਿਬ ਜੀ ਦੀ ਬਾਣੀ ਆਮ ਪੜ੍ਹੀ ਜਾਂਦੀ ਹੈ, ਤਾਂ ਉੱਥੇ 'ਚ ਉਹਨਾਂ ਨੇ ਸਪਸ਼ਟ ਹੀ ਗੱਲ ਕਰ ਦਿੱਤੀ ਕਿ ਪਰਮਾਤਮਾ ਦਾ ਨਾਮ ਹੀ ਪਾਰਜਾਤ ਹੈ, ਹੋਰ ਕੋਈ ਹਕੀਕਤ ਨਹੀਂ ਜਾਂ ਸੱਚਾਈ ਨਹੀਂ ਹੈ। ਪਾਰਜਾਤ ਇਹ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਤ ਦਰਦ ਦੁੱਖ ਲਥਾ। 265 ਅੰਕ ਦੇ ਉੱਤੇ ਇਹ ਮਹਾਰਾਜ ਦਾ ਬਚਨ ਆਉਂਦਾ ਹੈ। ਪਾਰਜਾਤ ਦੀ ਗੱਲ ਜਿਹੜੀ ਹੈ ਇੱਥੇ ਵੀ ਸਾਨੂੰ ਕੀਤੀ ਹੋਈ ਮਿਲਦੀ ਹੈ। ਤਾਂ ਇਹ ਪਾਰਜਾਤ ਦਾ ਜਿਹੜਾ ਹੈ ਇਹ ਛੋਟਾ ਜਿਹਾ ਇਹ ਇੱਕ ਸੰਕਲਪ ਹੈ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਪਾਰਜਾਤ ਨੂੰ ਕਿਸ ਢੰਗ ਨਾਲ ਲਿਆ ਗਿਆ, ਕਿਉਂਕਿ ਗੁਰੂ ਸਾਹਿਬ ਇਹ ਸਮਝਾਉਂਦੇ ਨੇ ਕੋਈ ਰੁੱਖ ਜਾਂ ਕੋਈ ਗਾਂ ਜਾਂ ਕੋਈ ਹੋਰ ਇਹ ਮਨੁੱਖ ਦੀਆਂ ਇਹ ਇੱਛਾ ਪੂਰੀਆਂ ਨਹੀਂ ਕਰ ਸਕਦੀਆਂ। ਇਹ 'ਚ ਵੀ ਕਰਤਾਰ ਦੀਆਂ ਬਣਾਈਆਂ ਹੋਈਆਂ ਹਨ। ਕਾਦਰ ਦੀ ਬਣਾਈ ਹੋਈ ਕੁਦਰਤ ਦੇ ਵਿੱਚ ਦੇ ਨਾਲ ਨਹੀਂ ਜੁੜਨਾ। ਇਸ ਮਨੁੱਖ ਨੇ ਕਾਦਰ ਦੀ ਬਣਾਈ ਹੋਈ ਕੁਦਰਤ ਤੋਂ ਉੱਪਰ ਉੱਠ ਕੇ ਕਾਦਰ ਨਾਲ ਜੁੜਨਾ ਹੈ, ਉਸ ਕਰਤੇ ਨਾਲ ਜੁੜਨਾ ਹੈ, ਉਸ ਦੀ ਕਿਰਤ ਨਾਲ ਨਹੀਂ, ਕਰਤੇ ਨਾਲ ਜੁੜਨਾ ਹੈ। ਜਿਹੜੀ ਕਿਰਤ ਉਹਨੇ ਕੀਤੀ ਉਹ ਤੋਂ ਉੱਪਰ ਉੱਠ ਕੇ ਉਹਦੇ ਨਾਲ ਜੁੜਨਾ ਹੈ। ਸਤਿਗੁਰੂ ਜੀ ਨੇ ਸਾਨੂੰ ਇਹ ਰੁੱਖਾਂ ਦੀ ਪੂਜਾ ਜਾਂ ਇਹਨਾਂ ਗਊਆਂ ਦੀ ਪੂਜਾ ਜਾਂ ਹੋਰ ਚੀਜ਼ਾਂ ਤੋਂ ਉੱਚੇ ਉੱਠ ਕੇ
ਪਰਮ ਪਿਤਾ ਪਰਮੇਸ਼ਰ ਦੇ ਨਾਮ ਨਾਲ ਸੁਰਤ ਜੋੜਨ ਦੀ ਗੱਲ ਹੀ ਸਮਝਾਈ ਹੈ। ਔਰ ਉਸ ਵਾਹਿਗੁਰੂ ਦੀ ਯਾਦ ਨਾਲ ਜੁੜ ਜਾਣਾ ਹੀ ਕਾਮ ਧੇਨ ਦੀ ਪ੍ਰਾਪਤੀ ਹੈ। ਉਹਦੇ ਨਾਲ ਜੁੜ ਜਾਣਾ ਹੀ ਪਾਰਜਾਤ ਰੁੱਖ ਦੀ ਪ੍ਰਾਪਤੀ ਹੈ। ਇੱਥੇ ਹੋਰ ਕਿਸੇ ਰੁੱਖ ਜਾਂ ਗਾਂ ਦੀ ਗੱਲਬਾਤ ਜਿਹੜੀ ਹੈ ਨਹੀਂ ਕੀਤੀ ਗਈ। ਤੋ ਇਹ ਪੱਪੇ ਅੱਖਰ ਤੋਂ ਸ਼ਬਦ ਤੋਂ ਸ਼ੁਰੂ ਹੋਣ ਵਾਲੇ ਜਿੰਨੇ ਅੱਖਰ ਤੋਂ ਸ਼ੁਰੂ ਹੋਣ ਵਾਲੇ ਇਹ ਤਕਰੀਬਨ ਸਮਾਪਤ ਹੋਏ ਹਨ। ਇਸ ਤੋਂ ਅੱਗੇ ਆਪਾਂ ਚੱਲਦੇ ਹਾਂ। ਫਰੀਦ ਜੀ ਦੇ ਇਹ ਫੱਫਾ ਅੱਖਰ ਤੋਂ ਸਭ ਤੋਂ ਪਹਿਲਾ ਸ਼ਬਦ ਫਰੀਦ ਹੀ ਆਉਂਦਾ ਹੈ। ਸ਼ੇਖ ਫਰੀਦੁੱਦੀਨ ਮਸੂਦ ਸ਼ਕਰਗੰਜ ਦਾ ਜਨਮ ਪਿੰਡ ਕੋਠੀਵਾਲ ਚਾਵਲ ਮੁਸ਼ੈਖਾਂ ਜ਼ਿਲ੍ਹਾ ਮੁਲਤਾਨ ਵਿੱਚ ਸ਼ੇਖ ਜਮਾਲੁਦੀਨ ਦੇ ਘਰ ਬੀਬੀ ਕੁਰਸਮ ਦੇ ਘਰ ਦੇ ਕੁੱਖ ਤੋਂ 1175 ਈਸਵੀ ਦੇ ਵਿੱਚ ਹੋਇਆ। ਕਈਆਂ ਨੇ ਜਨਮ 1173 ਦਾ ਵੀ ਲਿਖਿਆ ਮੰਨਿਆ ਹੈ, ਕਈਆਂ ਨੇ ਮੰਨਿਆ ਹੈ। ਜੋ ਸੰਕੇਤ ਕੋਸ਼ ਦੇ ਵਿੱਚ ਇਹਦੀ ਵਿਚਾਰ ਦਿੱਤੀ ਹੈ ਉਹ ਤਕਰੀਬਨ ਇਹ 1 ਜਾਂ 2 ਪੇਜ ਦੇ ਉੱਤੇ ਉਹਨਾਂ ਨੇ ਇਹਦੀ ਪੂਰੀ ਵਿਚਾਰ ਦਿੱਤੀ ਹੈ। ਇਸ ਤੋਂ ਇਲਾਵਾ ਹੋਰ ਵੀ ਵਿਚਾਰਾਂ ਸਾਨੂੰ ਮਿਲਦੀਆਂ ਹਨ। ਪਹਿਲਾਂ ਅਸੀਂ ਇਹ ਵਿਚਾਰ ਮੈਂ ਆਪ ਜੀ ਨਾਲ ਸਾਂਝੀ ਕਰ ਲਵਾਂ ਜੋ ਗੁਰੂ ਗ੍ਰੰਥ ਸੰਕੇਤ ਕੋਸ਼ ਦੇ ਵਿੱਚ ਵਿਚਾਰ ਮੇਰੀ। ਇਸ ਤੋਂ ਬਾਅਦ ਅਗਲੀ ਵਿਚਾਰ ਮੈਂ ਹੋਰ ਆਪ ਜੀ ਦੇ ਨਾਲ ਕਰਾਂਗਾ। ਕਹਿੰਦੇ ਨੇ ਕਿ ਆਪ ਜੀ ਨੇ ਮੁਲਤਾਨ ਜਾ ਕੇ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਨੂੰ ਮੁਰਸ਼ਦ ਧਾਰ ਕੇ ਤਪੱਸਿਆ ਕੀਤੀ। 15-20 ਸਾਲ ਹਾਂਸੀ ਰਹੇ। ਫਿਰ ਅਯੋਧਿਆ ਨਿਵਾਸ ਕੀਤਾ ਜਿਸ ਦਾ ਨਾਮ ਹੁਣ ਪਾਕਪਟਨ ਹੈ। ਇਹਦੀ ਜ਼ਿਕਰ ਤਾਂ ਕਰ ਰਿਹਾ ਕਿ ਇਹ ਸ਼ੇਖ ਫਰੀਦ ਜੀ ਉਹਨਾਂ ਭਗਤਾਂ ਦੇ ਵਿੱਚੋਂ ਹਨ ਜਿਨ੍ਹਾਂ ਭਗਤਾਂ ਦੀ ਰਚਨਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਣ ਦਾ ਮਾਣ ਪ੍ਰਾਪਤ ਹੋਇਆ। ਉਹਨਾਂ ਵਿੱਚ ਸ਼ੇਖ ਫਰੀਦ ਜੀ ਦੀ ਬਾਣੀ ਜਾਂ ਉਹਨਾਂ ਦੀ ਰਚਨਾ ਨੂੰ ਵੀ ਦਰਜ ਕੀਤਾ ਗਿਆ। ਇਸ ਕਰਕੇ ਇਹ ਸ਼ੇਖ ਫਰੀਦ ਜੀ ਦੀ ਮੈਂ ਆਪ ਜੀ ਦੇ ਨਾਲ ਗੱਲ ਕਰ ਰਿਹਾ ਹਾਂ ਕਿ ਉਹਨਾਂ ਦਾ ਜਿਹੜਾ ਹੈ ਉਹ ਜ਼ਿਕਰ ਕਿਉਂ ਆਇਆ। ਸ਼ੇਖ ਫਰੀਦ ਜੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਉਹਨਾਂ ਦੇ ਜੀਵਨ ਕਾਲ ਨੂੰ ਜਾਂ ਉਹਨਾਂ ਦੇ ਜੀਵਨ ਨੂੰ ਦੇਖਦੇ ਹਾਂ ਤੇ ਉਹਨਾਂ ਦਾ ਸਾਡਾ ਜਿਹੜੀ ਵਿਚਾਰਧਾਰਾ ਦੂਜਿਆਂ ਨਾਲੋਂ ਫਰਕ ਹੈ। ਪਿਛੋਕੜ ਦੀ ਗੱਲ ਕਰੀਏ, ਮੈਂ ਇਹ ਗੱਲ ਕਰਨੀ ਚਾਹੁੰਦਾ ਹਾਂ ਵੀ ਸ਼ੇਖ ਫਰੀਦ ਜੀ ਅਸਲ ਵਿੱਚ ਪ੍ਰਮਾਤਮਾ ਦੇ ਦਰ ਤੇ ਹੀ ਪ੍ਰਵਾਨ ਹੋਏ ਪਰਮ ਪੁਰਖਾਂ ਦੇ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਇਸ ਪ੍ਰੀਤ ਦੇ ਨਾਲ ਪ੍ਰਭੂ ਦੀ ਸਦੀਵੀ ਯਾਦ ਤੇ ਸਿਫਤ ਸਲਾਹ ਦੇ ਨਾਲ ਇਸ ਹਉਮੈ ਤੋਂ ਤੇ ਸੰਸਾਰਕ ਪਦਾਰਥਾਂ ਦੀ ਜਿਹੜੀ ਮੋਹ ਦੀ ਪਕੜ ਹੁੰਦੀ ਹੈ ਉਹਦੇ ਵਿੱਚੋਂ ਉਹਦੀਆਂ ਦੀਵਾਰਾਂ ਨੂੰ ਤੋੜ ਕੇ ਪ੍ਰਮਾਤਮਾ ਦੇ ਨਾਲ ਉਹਨਾਂ ਨੇ ਇੱਕ ਸੁਰਤਾ ਪ੍ਰਾਪਤ ਕੀਤੀ। ਉਹ ਨਿਮਰਤਾ, ਖਿਮਾ, ਫਿਰ ਨਿਰਭਮਾਨਤਾ, ਦਇਆ, ਦੂਜੇ ਪਾਸੇ ਅਸੀਂ ਕਹਿ ਲਈਏ ਕਿ ਉਹਨਾਂ ਦੀ ਬੋਲੀ ਬਹੁਤ ਮਿੱਠੀ, ਸਹਿਨਸ਼ੀਲਤਾ, ਸਰਬ ਸੰਤੋਖ ਦੀ, ਸਬਰ ਸੰਤੋਖ ਦੀ ਉਹ ਇੱਕ ਸਾਡੇ ਲਈ ਮਿਸਾਲ ਉਦਾਹਰਨ ਸਾਡੇ ਲਈ। ਇਹਨਾਂ ਦਾ ਜਿਹੜਾ ਬੇਨਤੀ ਕਰਾਂ ਜੋ ਸਿੱਖ ਮਿਸ਼ਨਰੀ ਕਾਲਜ ਨੇ ਆਪਣੀ ਪੁਸਤਕ ਛਾਪੀ ਹੈ ਮੈਂ ਉਹਦੇ ਵਿੱਚੋਂ ਜ਼ਰੂਰ ਜ਼ਿਕਰ ਆਪ ਜੀ ਦੇ ਨਾਲ ਕਰਨਾ ਚਾਹਾਂਗਾ। ਉੱਥੇ ਕਿਉਂਕਿ ਸੰਨ ਦਾ ਫਰਕ ਹੈ ਇਸ ਵਾਸਤੇ ਮੈਂ ਉਹ ਵੀ ਜ਼ਿਕਰ ਆਪ ਜੀ ਦੇ ਨਾਲ ਜ਼ਰੂਰ ਕਰਾਂਗਾ। ਬਾਬਾ ਫਰੀਦ ਜੀ ਦਾ ਪਿਛੋਕੜ ਕਾਬਲ ਦੇ ਸ਼ਾਹੀ ਘਰਾਣੇ ਦੇ ਨਾਲ ਜਾ ਕੇ ਜੁੜਦਾ ਹੈ। 12ਵੀਂ ਸਦੀ ਵਿੱਚ ਕਾਬਲ ਦਾ ਬਾਦਸ਼ਾਹ ਫਰੁਖ ਸ਼ਾਹ ਸੀ ਤੇ ਗਜਨਵੀ ਤੇ ਹੋਰ ਇਲਾਕਿਆਂ ਦੇ ਬਾਦਸ਼ਾਹ ਇਹਦੀ ਈਨ ਮੰਨਦੇ ਸਨ, ਉਹਦੇ ਗੁਲਾਮੀ ਮੰਨਦੇ ਸਨ। ਪਰ ਉਹਦਾ ਪੁੱਤਰ ਉਸ ਵਰਗੇ ਤੇਜ ਪ੍ਰਤਾਪ ਵਾਲਾ ਜਿਹੜਾ ਸੀ ਕੋ ਸਾਬਤ ਨਾ ਹੋਇਆ, ਭਾਵ ਉਹਨਾਂ ਸਿਆਣਾ ਸਾਬਤ ਨਹੀਂ ਹੋਇਆ। ਗਜਨੀ ਦੇ ਬਾਦਸ਼ਾਹ ਨੇ ਉਹਨੂੰ ਹਰਾ ਕੇ ਕਾਬਲ ਦੇ ਉੱਤੇ ਕਬਜ਼ਾ ਕਰ ਲਿਆ ਤੇ ਫਿਰ ਉਸਨੇ ਆਪਣੀ ਲੜਕੀ ਦੀ ਸ਼ਾਦੀ ਫਰੁਖ ਸ਼ਾਹ ਦੇ ਪੁੱਤਰ ਨਾਲ ਕਰਕੇ ਕਾਬਲ ਦੀ ਬਾਦਸ਼ਾਹੀ ਜਿਹੜੀ ਸੀ ਵਾਪਸ ਕਰ ਦਿੱਤੀ। ਕਾਬਲ ਉੱਤੇ ਚੰਗੇਜ਼ ਖਾਂ ਦੇ ਹਮਲੇ ਦੀ ਵੀ ਹੁੰਦੇ ਰਹੇ ਤੇ ਸ਼ੇਖ ਫਰੀਦ ਜੀ ਦਾ ਪੜਦਾਦਾ ਕਾਬਲ ਦੀ ਜੰਗ ਵਿੱਚ ਸ਼ਹੀਦ ਹੋਇਆ ਮੰਨਿਆ ਜਾਂਦਾ ਹੈ। ਸ਼ੇਖ ਫਰੀਦ ਜੀ ਦੇ ਪੜਦਾਦਾ ਜੀ। ਇਸ ਤੋਂ ਮਗਰੋਂ ਉਹਨਾਂ ਦੇ ਦਾਦਾ ਜੀ ਸ਼ੇਖ ਸ਼ਹੀਬ ਸੰਨ 1125 ਵਿੱਚ 3 ਪੁੱਤਰਾਂ ਦੇ ਕੁਝ ਰਿਸ਼ਤੇਦਾਰਾਂ ਨਾਲ ਪੰਜਾਬ ਦੇ ਵਿੱਚ ਆ ਗਏ। ਪਹਿਲਾਂ ਉਹਨਾਂ ਦਾ ਟਿਕਾਣਾ ਕਸੂਰ ਬਣਿਆ ਤੇ ਫਿਰ ਉਹ ਮੁਲਤਾਨ ਦੇ ਵਿੱਚ ਆ ਜਾਂਦੇ ਹਨ, ਜਿਹੜਾ ਉਹਨਾਂ ਦਾ ਪਿਛੋਕੜ ਸਾਨੂੰ ਮਿਲਦਾ ਹੈ। ਕਾਬਲ ਦਾ ਮੌਲਵੀ ਵਜੂਹੁਦੀਨ ਪਹਿਲਾਂ ਹੀ ਮੁਲਤਾਨ ਦੇ ਨਗਰ ਕਰੂਰ, ਜਿਹਨੂੰ ਕਰੂਰ ਵੀ ਕਿਹਾ ਜਾਂਦਾ, ਉੱਥੇ ਆ ਗਿਆ ਸੀ। ਉਹ ਸ਼ੇਖ ਸ਼ਹੀਬ ਦੇ ਪਰਿਵਾਰ ਨੂੰ ਜਾਣਦਾ ਸੀ, ਇਹਨਾਂ ਦੇ ਦਾਦੇ ਦੇ ਪਰਿਵਾਰ ਨੂੰ ਜਾਣਦਾ ਸੀ। ਉਹਨੇ ਸੈਯਦ ਮੁਹੰਮਦ ਅਬਦੁੱਲਾ ਸ਼ਾਹ ਦੀ ਪੁੱਤਰੀ ਬੀਬੀ ਮਰੀਮ ਨੂੰ ਆਪਣੀ ਬੇਟੀ ਬਣਾਇਆ ਹੋਇਆ ਸੀ, ਜੋ ਕਿ ਹਜ਼ਰਤ ਮੁਹੰਮਦ ਸਾਹਿਬ ਦੀ ਜਵਾਈ ਹਜ਼ਰਤ ਅਲੀ ਦੇ ਖਾਨਦਾਨ ਦੇ ਵਿੱਚੋਂ ਮੰਨੇ ਜਾਂਦੇ ਹਨ।
ਮੌਲਵੀ ਵਜਹੁਦੀਨ ਤੇ ਸ਼ੇਖ ਸ਼ੁਏਬ ਦੇ ਖਾਨਦਾਨ ਬਾਰੇ ਬਾਦਸ਼ਾਹ ਨੂੰ ਦੱਸਿਆ। ਬਾਦਸ਼ਾਹ ਨੇ ਕੋਠੀਵਾਲ, ਜਿਹਨੂੰ ਖੋਤੇਵਾਲ ਦਾ ਵੀ ਕਿਹਾ ਜਾਂਦਾ ਸੀ, ਖੋਤਵਾਲ ਵੀ ਕਿਹਾ ਜਾਂਦਾ ਸੀ, ਸ਼ੇਖ ਸ਼ੁਏਬ ਨੂੰ ਉਹਨੇ ਉਹ ਪਿੰਡ ਦੇ ਦਿੱਤਾ, ਤੇ ਜੋ ਮਲਤਾਨ ਦੇ ਨੇੜੇ ਹੀ ਸੀ, ਤੇ ਇਹਨਾਂ ਨੇ ਉੱਥੇ ਪੱਕਾ ਟਿਕਾਣਾ ਕਰ ਲਿਆ। ਉਸ ਸਥਾਨ ਤੇ ਅੱਜ ਕੱਲ ਚੌਲੀ ਮਸ਼ੀਖਾਂ, ਉਸ ਸਥਾਨ ਨੂੰ ਚੌਲੀ ਮਸ਼ੀਖਾਂ ਸਥਾਨ ਵੀ ਕਿਹਾ ਜਾਂਦਾ ਹੈ। ਜਦੋਂ ਬੀਬੀ ਮਰੀਮ ਜਵਾਨ ਹੋਈ ਤਾਂ ਮੌਲਵੀ ਵਜਹੁਦੀਨ ਨੇ ਉਹਦੀ ਜਿਹੜੀ ਸ਼ਾਦੀ ਸੀ ਉਹ ਸ਼ੇਖ ਸ਼ੀਬ ਦੇ ਵੱਡੇ ਪੁੱਤਰ ਜਮਾਲਉਦੀਨ ਸੁਲੇਮਾਨ ਨਾਲ ਕੀਤੀ, ਜਿਹਦੇ ਘਰ 'ਚ 5 ਅਪ੍ਰੈਲ ਸਨ 1173। ਮੈਂ ਫਿਰ ਬੇਨਤੀ ਕਰਦਿਆਂ ਵੀ ਕੁਝ ਵਿਦਵਾਨਾਂ ਨੇ 1175 ਲਿਖੇ ਨੇ, ਕੁਝ ਵਿਦਵਾਨਾਂ ਨੇ 1173 ਲਿਖਿਆ ਹੈ, ਜਿਹਦੇ ਵਿੱਚ ਜਿਹੜੇ ਵੱਖਰੇ ਵੱਖਰੇ ਵਿਦਵਾਨ ਹਨ, ਸ਼ੇਖ ਜਹਾਨ ਦੀਆਂ ਤਰੀਕਾਂ ਬਾਰੇ ਇਸਲਾਮਿਕ ਵਿਦਵਾਨਾਂ ਵਿੱਚ ਅਜੇ ਵੀ ਮਤਭੇਦ ਹਨ। ਜਨਰਲ ਆਫ ਸਿੱਖ ਸਟੱਡੀ ਦੇ ਵਿੱਚ ਗੁਰੂ ਨਾਨਕ ਯੂਨੀਵਰਸਿਟੀ ਦੇ ਅੰਮ੍ਰਿਤਸਰ ਦੇ 1976 ਦੇ ਅੰਕ ਵਿੱਚ ਪੇਜ ਨੰਬਰ 3740 ਦੇ ਉੱਤੇ ਅਖਲਾਕ ਹੁਸੈਨ ਦੇਲਵੀ ਦਾ ਲੇਖ ਹੈ, ਦੀ ਬਰਥ ਐਂਡ ਡੈਥ ਆਫ ਸ਼ੇਖ ਫਰੀਦ ਜੀ, ਉਹਨੂੰ ਦੇਖਿਆ ਜਾ ਸਕਦਾ ਹੈ। ਉਹ 'ਚ ਵੱਖਰਾ, ਉਹਦੇ 'ਚ ਉਹਨਾਂ ਨੇ ਵੱਖਰਾ ਲਿਖਿਆ ਹੈ ਤੇ ਕੁਛ ਨੇ ਵੱਖਰਾ ਲਿਖਿਆ। ਮੈਂ ਜੋ ਸਿੱਖ ਮਿਸ਼ਨ ਕਾਲਜ ਨੇ ਤਰੀਕ ਦਿੱਤੀ ਹੈ ਉਹ 1173 ਈਸਵੀ ਨੂੰ ਦਿੱਤੀ ਹੈ। ਇਸ ਵਾਸਤੇ ਮੈਂ ਬੇਨਤੀ ਕੀਤੀ ਸੀ, ਮੈਂ ਉਹ ਵਿਚਾਰ ਵੀ ਆਪ ਜੀ ਦੇ ਨਾਲ ਸਾਂਝੇ ਜ਼ਰੂਰ ਕਰਾਂਗਾ। ਤੋਂ 5 ਅਪ੍ਰੈਲ ਸਨ 1173 ਨੂੰ ਰਮਜ਼ਾਨ ਦੀ ਪਹਿਲੀ ਤਰੀਕ ਨੂੰ ਫਰੀਦੁੱਦੀਨ ਮਸੂਦ ਦਾ ਜਨਮ ਹੋਇਆ, ਜੋ ਸ਼ੇਖ ਫਰੀਦ ਕਰਕੇ ਪ੍ਰਸਿੱਧ ਹੋਏ। ਫਰੀਦ ਜੀ ਬਹੁਤ ਹੀ ਸੁਭਾਅ ਦੇ ਮਿੱਠ ਬੋਲੜੇ, ਸਬਰ ਸੰਤੋਖ ਵਾਲੇ, ਤਾਂ ਉਹਨਾਂ ਦੇ ਕਿਉਂਕਿ ਮਿੱਠ ਬੋਲੜੇ ਸੀ, ਉਹਨਾਂ ਦੇ ਨਾਮ ਦੇ ਨਾਲ ਗੰਜੇ ਸ਼ੱਕਰ ਭਾਵ ਸ਼ੱਕਰਗੰਜ ਲਫ਼ਜ਼ ਜਿਹੜਾ ਸੀ ਉਹ ਜੁੜ ਗਿਆ, ਵੀ ਸ਼ੱਕਰ ਵਾਂਗੂ ਮਿੱਠੇ ਹਨ, ਸ਼ੱਕਰ ਵਾਂਗੂ ਮਿੱਠੀ ਇਹਨਾਂ ਦੀ ਜ਼ੁਬਾਨ ਹੈ, ਸ਼ੱਕਰ ਵਾਂਗੂ ਮਿੱਠਾ ਇਹ ਬੋਲਦੇ ਹਨ। ਅਧਿਆਤਮਕ ਸਿਖਰ ਨੂੰ, ਅਧਿਆਤਮਕ ਉਚਤਾ ਨੂੰ ਪ੍ਰਾਪਤ ਹੋਣ ਕਰਕੇ ਉਹਨਾਂ ਦਾ ਪੂਰਾ ਨਾਮ ਹਜ਼ਰਤ ਸ਼ੇਖ ਫਰੀਦੁੱਦੀਨ ਮਸਜੂਦ ਗੰਜ ਸ਼ੱਕਰ ਕਰਕੇ ਜਾਣਿਆ ਜਾਂਦਾ ਹੈ। ਪੂਰਾ ਨਾਮ ਇਸ ਤਰ੍ਹਾਂ ਜਾਣਿਆ ਜਾਂਦਾ ਹੈ। ਉਹਨਾਂ ਦੇ ਹੋਰ ਭਰਾ ਖਵਾਜਾ ਅਜ਼ੀਜ਼ੁਦੀਨ, ਖਵਾਜਾ ਨਜ਼ੀਬੁਦੀਨ ਤੇ ਇੱਕ ਭੈਣ ਜਮੀਲਾ ਖਾਤੂਨ ਵੀ ਮੰਨੀ ਜਾਂਦੀ। ਇਹ ਉਹਨਾਂ ਦਾ ਪਿਛੋਕੜ ਹੈ ਫਰੀਦ ਜੀ ਦਾ। ਇਹਨਾਂ ਦਾ ਜਿਹੜਾ ਬਚਪਨ ਹੈ ਫਰੀਦ ਜੀ ਦਾ, ਵੀ ਆਮ ਬੱਚਿਆਂ ਨਾਲੋਂ ਵੱਖਰੇ ਸੁਭਾਅ ਵਾਲਾ ਮੰਨਿਆ ਜਾਂਦਾ ਹੈ। ਕਹਿੰਦੇ ਨੇ ਬੜੀ ਤੇਜ਼ ਬੁੱਧੀ ਦੇ, ਬਹੁਤ ਤੇਜ਼ ਦਿਮਾਗ ਵਾਲੇ, ਗੰਭੀਰ, ਹਰ ਵੇਲੇ ਗੰਭੀਰ ਰਹਿਣ ਵਾਲੇ। ਉਹਨਾਂ ਦੇ ਮਾਤਾ ਜੀ ਵੀ ਬੜੇ ਧਾਰਮਿਕ ਖਿਆਲਾਂ ਦੇ ਸਨ, ਜਿਸ ਫਰੀਦ ਜੀ ਨੂੰ ਜੀਵਨ ਦੀ ਘਾਟ ਘੜਨ ਲਈ ਉਹਨਾਂ ਨੇ ਵਿਸ਼ੇਸ਼ ਆਪਣੀ ਭੂਮਿਕਾ ਵੀ ਨਿਭਾਈ, ਜਾਂ ਵਿਸ਼ੇਸ਼ ਯੋਗਦਾਨ ਜਿਹੜਾ ਸੀ ਉਹ ਪਾਇਆ ਫਰੀਦ ਜੀ ਦੇ ਜੀਵਨ ਦੀ ਘਾਟ ਘੜਨ ਦੇ ਲਈ ਉਹਨਾਂ ਦੇ ਮਾਤਾ ਜੀ ਨੇ, ਕਿਉਂਕਿ ਮਾਤਾ ਜੀ ਆਪ ਬਹੁਤ ਧਾਰਮਿਕ ਜੀਵਨ ਵਾਲੇ ਸਨ। ਉਹਨਾਂ ਨੇ ਫਰੀਦ ਜੀ ਨੂੰ ਹੀ ਤਕਰੀਬਨ ਹਰ ਜਾਣਕਾਰੀ ਦਿੱਤੀ। ਇਸ ਗੱਲ ਦਾ ਪੂਰਾ ਧਿਆਨ ਰੱਖਿਆ ਕਿ ਫਰੀਦ ਸਮੇਂ ਦੇ ਸਿਰ ਨਮਾਜ਼ ਪੜ੍ਹੇ, ਆਪਣੀਆਂ ਨਮਾਜ਼ਾਂ ਜਿਹੜੀਆਂ ਨੇ ਉਹ ਗੁਜ਼ਾਰੇ। ਉਹ 5 ਨਮਾਜ਼ਾਂ ਦਾ ਜਿਹੜਾ ਉਹਨਾਂ ਦਾ ਵਿਧਾਨ ਹੈ, ਉਹ ਨਮਾਜ਼ ਪੜ੍ਹਨ ਵੇਲੇ ਮਸੱਲੇ ਦੇ ਹੇਠ ਸ਼ੱਕਰ ਕਹਿੰਦੇ ਰੱਖ ਦੇਣੀ। ਆਮ ਕਿਹਾ ਜਾਂਦਾ ਹੈ ਕਿ ਜਦੋਂ ਫਰੀਦ ਜੀ ਨਮਾਜ਼ ਪੜ੍ਹ ਕੇ ਹਟਦੇ ਤਾਂ ਆਖਦੀ ਸ਼ੱਕਰ ਖੁਦਾ ਨੇ ਪ੍ਰਸੰਨ ਹੋ ਕੇ ਭੇਜੀ। ਇੱਕ ਢੰਗ ਸੀ ਜੋ ਆਮ ਕਿਹਾ ਜਾਂਦਾ ਹੈ, ਜੋ ਵਿਦਵਾਨਾਂ ਨੇ ਲਿਖਿਆ ਵੀ ਹੈ। ਜਦੋਂ 4-5 ਸਾਲ ਦੇ ਫਰੀਦ ਜੀ ਹੋਏ ਤਾਂ ਮਸਜਿਦ ਦੇ ਵਿੱਚ ਉਹਨਾਂ ਨੂੰ ਪੜ੍ਹਨ ਪਾ ਦਿੱਤਾ ਗਿਆ, ਪਿੰਡ ਦੀ ਮਸਜਿਦ ਦੇ ਵਿੱਚ ਹੀ ਪੜ੍ਹਨ ਪਾਇਆ ਗਿਆ। ਕਹਿੰਦੇ ਨੇ ਕਿ ਥੋੜੇ ਸਮੇਂ ਦੇ ਵਿੱਚ ਹੀ ਉਹਨਾਂ ਨੇ ਆਪਣਾ ਪੂਰਾ ਕੁਰਾਨ, ਜਿਹੜਾ ਧਾਰਮਿਕ ਗ੍ਰੰਥ ਹੈ ਇਸਲਾਮ ਦੇ ਵਿੱਚ ਮੰਨਿਆ ਜਾਂਦਾ ਕੁਰਾਨ, ਉਹਨੂੰ ਜ਼ੁਬਾਨੀ ਯਾਦ ਕਰ ਲਿਆ। ਉਹਨਾਂ ਦੀ ਪ੍ਰਤਿਭਾ ਨੂੰ ਜਾਂ ਉਹਨਾਂ ਦੀ ਮਸ਼ਹੂਰੀ ਨੂੰ ਜਾਂ ਉਹਨਾਂ ਦੇ ਗੁਣਾਂ ਨੂੰ ਦੇਖਦਿਆਂ ਹੋਇਆਂ ਉਹਨਾਂ ਨੂੰ ਹੋਰ ਪੜ੍ਹਾਈ ਲਈ ਮੁਲਤਾਨ ਭੇਜਿਆ ਗਿਆ, ਜਿੱਥੇ ਉਹਨਾਂ ਨੇ ਪੂਰਬੀ ਧਾਰਮਿਕ ਸਾਹਿਤ ਵਿੱਚ ਮਹਾਰਤ ਆਪਣੀ ਹਾਸਲ ਕਰ ਲਈ। ਉਸ ਤੋਂ ਬਾਅਦ ਸ਼ੇਖ ਜੀ ਫਰੀਦ ਜੀ ਹੱਜ ਕਰਨ ਜਾਂਦੇ ਹਨ। ਜਦੋਂ 16 ਸਾਲ ਦੀ ਉਮਰ ਵਿੱਚ ਮਾਤਾ ਪਿਤਾ ਦੇ ਨਾਲ ਮੱਕੇ ਹੱਜ ਕਰਨ ਦੇ ਲਈ ਗਏ, ਉੱਥੇ ਉਹਨਾਂ ਦਾ ਜਿਹੜਾ ਮੇਲ ਹੈ ਉਹ ਇੱਕ ਪ੍ਰਸਿੱਧ ਫਕੀਰ ਅਬਦੁਲ ਕਾਦਰ ਜਿਲਾਨੀ ਦੇ ਨਾਲ ਹੁੰਦਾ ਹੈ। ਉਹਨਾਂ ਦਾ ਮੇਲ ਅਬਦੁਲ ਕਾਦਰ ਜਿਲਾਨੀ ਨਾਲ ਹੋਇਆ, ਜੋ ਬਗਦਾਦ ਤੋਂ ਉੱਥੇ ਹੱਜ ਕਰਨ ਆਇਆ ਸੀ। ਮੱਕੇ ਤੋਂ ਮਦੀਨੇ ਗਏ ਤੇ ਉੱਥੋਂ ਫਿਰ ਹਿੰਦੁਸਤਾਨ ਆ ਗਏ। ਅਜਮੇਰ ਵਿਖੇ ਜਿੱਥੇ ਖਵਾਜਾ ਮੁਈਨੁੱਦੀਨ ਚਿਸ਼ਤੀ ਹੈ ਦੀ ਤੇ ਖਵਾਜਾ ਕੁਤਬਉੱਦੀਨ ਬਖਤਿਆਰ ਕਾਕੀ ਦੇ ਦਰਸ਼ਨ ਕੀਤੇ ਤੇ ਇੱਥੇ ਉਪਦੇਸ਼ ਸੁਣੇ। ਇੱਥੋਂ ਉਹਨਾਂ ਨੇ ਧਰਮ ਦੀ ਉਚੇਰੀ ਵਿੱਦਿਆ ਪ੍ਰਾਪਤ ਕਰਨ ਲਈ ਫਿਰ ਕਾਬਲ ਭੇਜਿਆ ਗਿਆ ਤੇ ਸਿੱਖਿਆ ਪੂਰੀ ਹੋਣ ਤੋਂ ਬਾਅਦ ਆ ਫਿਰ ਮੁਲਤਾਨ ਆ ਕੇ ਟਿਕ ਗਏ। ਇਹ ਜਿਹੜਾ ਉਹਨਾਂ ਦਾ ਪਿਛੋਕੜ ਹੈ। ਥੋੜਾ ਜਿਹਾ ਹੋਰ ਅੱਗੇ ਨੂੰ ਚੱਲੀਏ
ਸ਼ੇਖ ਫਰੀਦ ਜੀ ਦੀ ਗੱਲ ਕਰ ਲਿਆ, ਕਿਉਂਕਿ ਉਹਨਾਂ ਦੀ ਰਚਨਾ ਨੂੰ ਬਾਣੀ ਵਿੱਚ ਸ਼ਾਮਲ ਹੋਣ ਦਾ ਮਾਣ ਮਿਲਿਆ ਹੈ। ਉਹ ਵੀ ਅਸੀਂ ਨਾਲ ਨਮਸਕਾਰ ਕਰਦੇ ਹਾਂ, ਜਿੱਥੇ ਬਾਕੀ ਗੁਰੂ ਸਾਹਿਬਾਨ ਤੇ ਭਗਤਾਂ ਦੀ, ਗੁਰਸਿੱਖਾਂ ਦੀ ਬਾਣੀ ਨੂੰ ਕਰਦੇ ਹਾਂ, ਉਹਨੂੰ ਵੀ ਨਾਲ ਨਮਸਕਾਰ ਕਰਦੇ ਹਾਂ। ਇਸ ਵਾਸਤੇ ਥੋੜੀ ਜੀ ਇਹਨਾਂ ਦਾ ਮੈਂ ਸਮਾਂ ਜ਼ਿਆਦਾ ਲੈ ਰਿਹਾ ਕਿ ਸਾਨੂੰ ਪਿਛਲੇ ਪਿਛੋਕੜ ਵੀ ਜਾਣਕਾਰੀ ਹੋਣੀ ਚਾਹੀਦੀ ਹੈ, ਕਿਉਂਕਿ ਉਹਨਾਂ ਦੇ ਸ਼ਲੋਕਾਂ ਦੇ ਸੰਗ੍ਰਹਿ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ। ਗਿਆਨੀ ਪ੍ਰਤਾਪ ਸਿੰਘ ਜੀ ਨੇ ਭਗਤ ਦਰਸ਼ਨ ਕਿਤਾਬ ਲਿਖੀ ਹੈ। ਉਹਦੇ ਪੰਨਾ ਨੰਬਰ 160 ਦੇ ਉੱਤੇ ਉਹਨਾਂ ਨੇ ਫਰੀਦ ਜੀ ਦੀਆਂ ਦੋ ਪਤਨੀਆਂ ਬੀਬੀ ਹਜ਼ਰਾ ਤੇ ਕਲਸੂਮ ਦੀਆਂ ਅਤੇ ਦੋ ਕਨੀਜ਼ਾਂ ਸਾਰਾ ਤੇ शकरा ਸਨ। ਇਹ ਉਹਨਾਂ ਦੇ 6 ਪੁੱਤਰ ਤੇ 3 ਧੀਆਂ ਲਿਖਿਆ ਹੈ, ਜੋ ਗਿਆਨੀ ਪ੍ਰਤਾਪ ਸਿੰਘ ਜੀ। ਇੰਦਰਜੀਤ ਸਿੰਘ ਖਾਲਸਾ ਬਾਬਾ ਫਰੀਦ ਤੇ ਫਰੀਦਕੋਟ ਪੰਨਾ 32-35 ਦੇ ਉੱਤੇ ਉਹਨਾਂ ਨੇ ਮਕਾਲਫ ਦੀ ਸਿੱਖ ਰਿਲੀਜਨ ਦੇ ਹਵਾਲੇ ਦੇ ਨਾਲ ਲਿਖਿਆ ਕਿ ਫਰੀਦ ਜੀ ਦੀਆਂ 3 ਪਤਨੀਆਂ ਸਨ। ਇਸ ਤਰ੍ਹਾਂ ਜੋ ਵੀ ਸੀ, ਇਹ ਇੱਕ ਅੱਜ ਤੱਕ ਖੋਜ ਦਾ ਵਿਸ਼ਾ ਹੈ ਜੋ ਪੂਰਾ ਨਹੀਂ ਹੋ ਸਕਿਆ, ਔਰ ਨਾ ਹੀ ਉਹਨਾਂ ਬਾਰੇ ਪੂਰੀ ਜਾਣਕਾਰੀ ਜਿਹੜੀ ਸਾਨੂੰ ਪਰਿਵਾਰ ਬਾਰੇ ਇਸ ਤਰ੍ਹਾਂ ਮਿਲ ਸਕੀ ਹੈ। ਆਪੋ ਆਪਣੇ ਅੰਦਾਜ਼ੇ ਵਿਦਵਾਨਾਂ ਨੇ ਵੱਖਰੇ ਵੱਖਰੇ ਲਾਏ ਹਨ। ਤੋ ਇਸ ਤੋਂ ਅੱਗੇ ਆਪਾਂ ਚੱਲਦੇ ਹਾਂ, ਕਿਉਂਕਿ ਇਹਦਾ ਆਪਣਾ ਕੋਈ ਬਹੁਤਾ ਮਸਲਾ ਹੱਲ ਨਹੀਂ ਹੁੰਦਾ ਤੇ ਨਾ ਹੀ ਆਪਾਂ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਬਹੁਤੀ ਲਾਉਣ ਦੀ ਲੋੜ ਹੈ। ਅੱਗੇ ਆਉਂਦਾ ਚਿਸ਼ਤੀ ਸਿਲਸਿਲੇ ਦਾ ਜਿਹੜਾ ਗੱਲਬਾਤ ਹੈ। ਚਿਸ਼ਤੀ ਸਿਲਸਿਲਾ ਕੀ ਸੀ? ਸਿਲਸਿਲੇ ਦਾ ਅਰਥ ਜਿਹੜਾ ਵੈਸੇ ਹੁੰਦਾ ਹੈ, ਉਹ ਵਿਸ਼ੇਸ਼ ਪ੍ਰਕਾਰ ਦਾ ਇੱਕ ਸਾਧਨ ਮਾਰਗ ਹੁੰਦਾ ਹੈ। ਅਕਬਰ ਦੇ ਪ੍ਰਸਿੱਧ ਦਰਬਾਰੀ ਅਬਦੁਲ ਫਜ਼ਲ ਨੇ ਆਇਨੇ ਅਕਬਰੀ ਵਿੱਚ ਸੂਫੀਆਂ ਦੇ 14 ਸਿਲਸਿਲਿਆਂ ਦਾ ਜ਼ਿਕਰ ਕੀਤਾ ਹੈ। ਇਹਨਾਂ ਵਿੱਚ ਇੱਕ ਪ੍ਰਸਿੱਧ ਸਿਲਸਿਲਾ ਚਿਸ਼ਤੀ ਸਿਲਸਿਲਾ ਹੈ, ਜਿਸ ਦਾ ਨੀਂਹ ਅਫਗਾਨਿਸਤਾਨ ਵਿੱਚ ਚਿਸ਼ਤ ਨਾਮ ਦੇ ਸਥਾਨ ਤੇ ਸੀਰੀਆ ਦੇ ਖਵਾਜਾ ਅਬੂ ਇਸ਼ਾਕ ਨੇ ਰੱਖੀ ਸੀ। ਸੀਰੀਆ ਦੇ ਖਵਾਜਾ ਅਬੂ ਇਸ਼ਾਕ ਨੇ ਚਿਸ਼ਤੀ ਸਿਲਸਿਲੇ ਦੀ ਨੀਂਹ ਰੱਖੀ ਮੰਨੀ ਜਾਂਦੀ। ਪਰ ਭਾਰਤ ਵਿੱਚ ਇਸ ਦੀ ਪ੍ਰਸਿੱਧੀ ਖਵਾਜਾ ਮੁਈਨੁੱਦੀਨ ਚਿਸ਼ਤੀ ਕਾਰਨ ਹੋਈ ਹੈ। ਇਹਦੀ ਪ੍ਰਸਿੱਧੀ ਜਿਹੜੀ ਹੈ, ਖਵਾਜਾ ਮੁਈਨੁੱਦੀਨ ਜਿਹੜੀ 1190 ਈਸਵੀ ਵਿੱਚ ਲਾਹੌਰ ਆਇਆ ਤੇ ਉਸਨੇ ਇੱਥੇ ਖਵਾਜਾ ਗੰਜ ਬਖਸ਼ ਦੇ ਮਕਬਰੇ ਦੀ ਇਬਾਦਤ ਭਗਤੀ ਕੀਤੀ ਤੇ ਕਿਤਾਬਾਂ ਲਿਖੀਆਂ। ਫਿਰ ਉਹ ਦਿੱਲੀ ਆ ਗਏ, ਉੱਥੋਂ ਅਜਮੇਰ ਆ ਗਏ, ਪੱਕਾ ਟਿਕਾਣਾ ਅਜਮੇਰ ਆ ਕੇ ਕਰ ਲਿਆ। ਫਿਰ ਉੱਥੇ ਉਹਨਾਂ ਨੇ ਇਲਾਕੇ ਦੇ ਉਹਨਾਂ ਦੇ ਜਿਹੜੇ ਲੋਕ ਸਨ ਰਹਿਣ ਵਾਲੇ, ਜਿਹਨੂੰ ਅਸੀਂ ਬਹੁ ਗਿਣਤੀ ਦੇ ਲੋਕ ਕਹਿੰਦੇ ਆ, ਉਹਨਾਂ ਨੂੰ ਤੰਗ ਬੜਾ ਕੀਤਾ। ਇੱਥੋਂ ਤੱਕ ਕਿ ਪ੍ਰਿਥੀ ਰਾਜ ਚੌਹਾਨ ਨੇ ਉਸਦੇ ਦੇਸ਼ ਨਿਕਾਲੇ ਦਾ ਹੁਕਮ ਵੀ ਜਾਰੀ ਕਰਵਾ ਦਿੱਤਾ ਉਹਨਾਂ ਪ੍ਰਿਥੀ ਰਾਜ ਚੌਹਾਨ ਕੋਲੋਂ। ਪ੍ਰਿਥੀ ਰਾਜ ਨੇ ਰਾਮਦੇਵ ਦੇ ਹੱਥ ਦੇਸ਼ ਨਿਕਾਲੇ ਦਾ ਹੁਕਮ ਭੇਜਿਆ, ਪਰ ਉਹ ਖਵਾਜਾ ਮੁਈਨੁੱਦੀਨ ਦੀ ਸ਼ਖਸੀਅਤ ਦਾ ਇੰਨਾ ਅਸਰ ਹੋਇਆ ਕਿ ਉਹ ਖਵਾਜੇ ਦਾ ਹੀ ਮੁਰੀਦ ਬਣ ਗਿਆ, ਜਿਹੜਾ ਸੰਦੇਸ਼ ਦੇਸ਼ ਨਿਕਾਲੇ ਦਾ ਸੁਨੇਹਾ ਲੈ ਕੇ ਆਇਆ ਸੀ। ਕਹਿੰਦੇ ਵੀ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਇੱਕ ਵਾਰ ਦਿੱਲੀ ਤੋਂ ਮੁਲਤਾਨ ਆਏ ਤੇ ਸ਼ੇਖ ਫਰੀਦ ਵੀ ਉੱਥੇ ਉਹਨਾਂ ਦੇ ਦਰਸ਼ਨ ਕਰਨ ਆਏ। ਉਹਨਾਂ ਦੇ ਵਿਚਾਰ ਸੁਣੇ ਤੇ ਸੰਗਤ ਕੀਤੀ। ਸ਼ੇਖ ਫਰੀਦ ਜੀ ਨੇ ਉਹਦੀ ਸੰਗਤ ਕੀਤੀ, ਇੰਨੇ ਪ੍ਰਭਾਵਿਤ ਹੋਏ ਕਿ ਉਹਨੂੰ ਆਪਣਾ ਮੁਰਸ਼ਿਦ, ਜਾਂ ਜਿਹਨੂੰ ਅਸੀਂ ਗੁਰੂ ਕਹਿੰਦੇ ਆ, ਉਹਨਾਂ ਦੇ ਲਫ਼ਜ਼ਾਂ 'ਚ ਮੁਰਸ਼ਿਦ ਕਿਹਾ ਜਾਂਦਾ ਹੈ, ਉਹਨੂੰ ਮੁਰਸ਼ਿਦ ਧਾਰਨ ਕਰ ਲਿਆ। ਇੰਝ ਫਰੀਦ ਜੀ ਚਿਸ਼ਤੀ ਸਿਲਸਿਲੇ ਦੇ ਨਾਲ ਉਹਨਾਂ ਦੀ ਸਾਂਝ ਜਿਹੜੀ ਹੈ ਉਹ ਜੁੜਦੀ ਹੈ। ਫਰੀਦ ਜੀ ਇੱਕ ਵਾਰ ਬੁਖਾਰੇ ਵੀ ਗਏ। ਉਹਨਾਂ ਦੇ ਨਾਲ ਉਹਨਾਂ ਦੇ ਚਾਚੇ ਦਾ ਪੁੱਤਰ ਬਹਾਉਦੀਨ ਜ਼ਕਰੀਆ, ਸੈਯਦ ਜਲਾਉਦੀਨ ਬੁਖਾਰੀ ਤੇ ਇਸ ਤੋਂ ਇਲਾਵਾ ਉਸਦੇ ਆਪਣੇ ਸ਼ਹੀਦ ਬੁਖਾਰੀ ਤੋਂ ਇਲਾਵਾ ਸ਼ਹਾਬੁਦੀਨ ਕਲੰਦਰ ਵੀ ਨਾਲ ਸੀ। ਉੱਥੇ ਉਹਨਾਂ ਨੇ ਸ਼ੇਖ ਸ਼ਹਾਬੁਦੀਨ ਸੁਹਾਰਵਰਦੀ ਨੂੰ ਮਿਲੇ। ਬੁਖਾਰੇ ਤੋਂ ਵਾਪਸੀ ਉੱਤੇ ਉਹ ਸ਼ੇਖ ਫਰੀਦ ਤਾਂ ਆਪਣੇ ਮੁਰਸ਼ਦ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਦੇ ਕੋਲ ਦਿੱਲੀ ਆ ਗਏ, ਪਰ ਬਹਾਉਦੀਨ ਮੁਲਤਾਨ ਠਹਿਰ ਗਿਆ ਤੇ ਉੱਥੇ ਸੁਹਾਰਵਰਦੀ ਸਿਲਸਿਲੇ ਦਾ ਪ੍ਰਚਾਰ ਜਿਹੜਾ ਸੀ ਉਹ ਕਰਨ ਲੱਗ ਪਿਆ। ਤੋ ਖਵਾਜਾ ਕਾਕੀ ਨੇ ਫਰੀਦ ਜੀ ਨੂੰ ਦਿੱਲੀ ਤੋਂ ਸਿਰਸਾ ਭੇਜ ਦਿੱਤਾ। ਉੱਥੇ ਫਰੀਦ ਜੀ ਨੇ ਅਬਦੁਲ ਸ਼ਕੂਰ ਦੇ ਮਜ਼ਾਰ ਤੇ ਰਹਿ ਕੇ ਇਸਲਾਮ ਦੀ ਪੜ੍ਹਾਈ ਪੂਰੀ ਕੀਤੀ। ਫਿਰ ਦਿੱਲੀ ਆ ਗਏ। ਉਦੋਂ ਤੱਕ ਉਹ ਪ੍ਰਸਿੱਧ ਹੋ ਚੁੱਕੇ ਸਨ। ਫਰੀਦ ਜੀ ਕਈ ਵਿਦਵਾਨ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨ ਆਉਂਦੇ, ਆਮ ਸ਼ਰਧਾਲੂ ਵੀ ਉਹਨਾਂ ਦੇ ਦਰਸ਼ਨ ਕਰਨ ਆਉਂਦੇ। ਬਾਬਾ ਫਰੀਦ ਜੀ ਖੁਦਾ ਦੀ ਬੰਦਗੀ ਅਤੇ ਇਕਾਂਤ ਵਿੱਚ ਰਹਿਣਾ ਚਾਹੁੰਦੇ, ਜ਼ਿਆਦਾ ਪਸੰਦ ਕਰਦੇ ਸਨ। ਲੋਕਾਂ ਵੱਲੋਂ ਹੁੰਦੀ ਮਾਨ ਵਡਿਆਈ ਉਹਨਾਂ ਨੂੰ ਚੰਗੀ ਨਹੀਂ ਸੀ ਲੱਗਦੀ। ਸਮਝਦੇ ਸਨ ਕਿ ਇਹ ਧਾਰਮਿਕ ਜੀਵਨ ਦੇ ਵਿੱਚ ਮੇਰੇ ਰੁਕਾਵਟ ਹੈ, ਇਹ ਵਿਘਨਕਾਰੀ ਹੈ, ਇਸ ਵਾਸਤੇ ਇਹ ਨਹੀਂ ਹੋਣੀ ਚਾਹੀਦੀ। ਉਹ ਨਵੇਂ ਮਾਹੌਲ ਤੇ ਪਰੇਸ਼ਾਨ ਹੋ ਕੇ ਦਿੱਲੀ ਛੱਡ ਕੇ ਫਿਰ ਉਹ ਹਾਂਸੀ ਆ ਗਏ। ਇੱਥੇ ਉਹ ਕਈ ਸਾਲ ਨੇ, ਜਿੱਥੇ ਜਮਾਲੁਦੀਨ ਨਾਮ ਦੇ ਇੱਕ ਵਿਅਕਤੀ ਨੇ ਵੀ ਉਹਨਾਂ ਦਾ ਸ਼ਰਧਾਲੂ ਬਣਦਾ ਹੈ ਤੇ ਕਿਹਾ ਜਾਂਦਾ ਹੈ ਕਿ ਉਸਨੇ ਬਾਕੀ ਸਾਰੀ ਜ਼ਿੰਦਗੀ ਬਾਬਾ ਸ਼ੇਖ ਫਰੀਦ ਜੀ ਦੀ ਸੇਵਾ ਦੇ ਵਿੱਚ ਹੀ ਗੁਜ਼ਾਰੀ ਹੈ। ਇਹ ਗੱਲ ਕਹੀ ਜਾਂਦੀ ਹੈ। ਹੁਣ ਚਿਸ਼ਤੀ ਸਿਲਸਿਲੇ ਦੇ ਆਗੂ ਬਣਦੇ ਹਨ। ਸਨ 1235 ਵਿੱਚ
ख्वाजा कुतुबुद्दीन बख्तियार काकी की मौत हो जाती है। सूचना मिलते सब फरीद जी दिल्ली पहुंचे, अपने मुर्शद के अंतिम संस्कार उन्होंने पूरे किए। चिश्ती सिलसिले के पैरोकारा ने आप फरीद जी को चिश्ती सिलसिले का जोड़ा सी वो आगू बना दिता। तो आप आपस युद्ध ला गए थे, चिश्ती सिलसिले की विचारधारा का प्रचार करते हैं। इस तो अगे वो मध्य प्रदेश की यात्रा है उन्होंने, शेख फरीद जी का होर काफ़ी लंबा चौड़ा समझ ला फरीदकोट शहर है। तो इस करके वो लंबी उन्होंने जीवनी है। मैं इत्थे इनू शॉर्ट करके नहीं कह सकता कि बाबा फरीद जी की जिहड़ी बाणी है वो श्री गुरु ग्रंथ साहिब जी दर्ज है। 4 शब्द ते 112 श्लोक उन्होंने हैं, बाकी नाल गुरु साहिबान के श्लोक हैं। आपने उच्चारण किए 2 शब्द आसा राग विच हन ते 2 शब्द सूही राग विच हन। श्री गुरु ग्रंथ साहिब जी के अंतिम भाग विच ये श्लोक जिहड़े श्लोक 12 ते वधीक सरलेख हेठ तो जिहड़े पहला हन ते ये जिहड़े 2 भगतां दे श्लोकां दी संग्रह उहदी श्लोक सहस्कृति दे तो बाद दे जिहड़ा दर्ज है छे भगत जी दे श्लोक, कबीर जी दे श्लोक ते उस तो बाद भगत फरीद जी दे श्लोक जिहड़े हन ये तकरीबन आउंदे हन। 130 उत्थे टोटल गिनती है। 18 श्लोक गुरु साहिबान दे नाल दर्ज कीते होए हन, जिन्हां च गुरु नानक साहब के 4, गुरु अमरदास जी के 5, गुरु रामदास जी का 1 ते गुरु अर्जन देव जी के 8 श्लोक हैं। ये श्लोक गुरु साहब ने बाबा फरीद जी के श्लोकां नूं विचारधारा नूं होर उगाड़न दे लई जां स्पष्ट करन दे लई कि किते कोई तोखला ना लग जाए, उन्हां च कमी नहीं सी, सिर्फ होर स्पष्टता लई कि किते किसी नूं कोई गलती जां भुलेखा ना लग जाए, वो श्लोक जिहड़े सी वो दर्ज कीते गए। शेख फरीद जी की जिहड़ी बाणी के संबंध दे विच गुरु ग्रंथ साहिब तो बाहर भी आप जी की कुछ रचना मिलती है, अरबी ते फारसी दे विच भी मिलती है। शेख फरीद जी की फारसी, अरबी ते पंजाबी च काफ़ी रचना जिहड़ी है डॉक्टर हरपाल सिंह जी लिखते हैं कि वो काफ़ी मिलती है। ते अपनियां को बहुत सारिया किताबां भी इन्हां दियां मिलदियां हन जो से भगत हर भाए दे पन्ना 94 ਦੇ ਉੱਤੇ रूप सिंह जी ने दर्ज किया होया है ते वो कीता है। तो शेख फरीद जी की विचारधारा बिल्कुल जो सिख विचारधारा है ਉਹਦੇ ਨਾਲ मेल खाती ਤੇ ਉਸੇ विचारधारा अनुसार ही आप जी की रचना जिहड़ी है वो गुरु ग्रंथ साहिब अंदर दर्ज की गई। तो ये इन्हां दा एक छोटा जिहा जिहड़ा इतिहास है जिहड़ा मैं आप जी दे नाल साझा कीता, तद कि जिहड़े भगतां दी कुछ रचना दर्ज है वो सानू जिहड़ी है वो समझ आ जाए जां उन्हां दे जीवन बारे भी सानू थोड़ा जिहा है वो पता जिहड़ी है वो लग जाए। तो इस तो अगे आपां हुण अगला शब्द जिहड़ा है ਉਹਦੇ ਵਿਚਾਰ ਅੱਗੇ ਨੂੰ ਕਰਦੇ ਹਾਂ, ਕਿਉਂਕਿ ਇਹ ਸ਼ੇਖ ਫਰੀਦ ਜੀ ਦੇ ਜੀਵਨ ਦੇ ਬਾਰੇ ਅਸੀਂ ਵਿਚਾਰ ਜੋ ਕੀਤੀ ਹੈ। ਅਗਲਾ ਲਫ਼ਜ਼ ਹੈ ਫਰਿਸ਼ਤਾ। ਇਹ ਇੱਕ ਰੱਬੀ ਦੂਤ ਜਾਂ ਖੁਦਾ ਦੇ ਦੂਤ ਜਾਂ ਖੁਦਾ ਦੇ ਹੁਕਮ ਅਨੁਸਾਰ ਸੰਸਾਰ ਦੀ ਕਾਰ ਵਿਹਾਰ ਚਲਾਉਣ ਵਾਲਾ ਜਿਹੜਾ ਹੈ ਉਹ ਫਰਿਸ਼ਤਾ ਜਿਹਾ ਲਫ਼ਜ਼ ਨਿਸ਼ਚਾ ਹੈ, ਉਹਨਾਂ ਸ਼ਾਮੀ ਨਿਸ਼ਚਾ ਦੇ ਵਿੱਚ ਗੱਲ ਮੰਨੀ ਜਾਂਦੀ ਹੈ। ਹਿੰਦੂ ਮਤ ਵਿੱਚ ਜਿਵੇਂ ਦੇਵਤੇ ਹਨ ਤਿਵੇਂ ਇਹਨਾਂ ਦੀ ਮਾਨਤਾ ਜਿਹੜੀ ਹੈ ਇਹ ਮੰਨੀ ਜਾਂਦੀ ਹੈ। तो इन्हां दी पैदाइश खुदा दे नूर तो ही मनी जाती है। ये ख्याल है कि इन्हां नूं आदमियां वांग भुख तरे नहीं लगती जो फरिश्ता लफ्ज़ जिहड़ा वरतिया जाता। मैं ਉਹਦੀ अपना वेरवा आप जी नूं दे रहा। इस्लामी किताबां विच फरिश्तियां दी गिनती 1.25 ਲੱਖ तक भी ਦਿੱਤੀ ਹੋਈ है, पर मुख तौर दे उत्ते ਜਿਹੜੇ फरिश्ते ਹਨ ਉਹਨਾਂ ਦੀ ਗਿਣਤੀ सिर्फ 4 है। इस्लामी किताबां ਨੂੰ ਛੱਡ ਕੇ ਇਹਨਾਂ ਦੀ ਗਿਣਤੀ ਜਿਹੜੀ ਹੈ ਉਹ 4 ਜਿਹੜੀ ਹੈ ਉਹ ਮੰਨੀ ਮੁੱਖ ਤੌਰ ਤੇ 4 ਮੰਨੀ ਜਾਂਦੀ ਹੈ। तो उस ਜਿਹੜੇ 4 ਹਨ, ਇੱਕ ਹੈ जिब्राइल, ਇਹ ਪੈਗੰਬਰਾਂ ਕੋਲੋਂ ਰੱਬੀ ਪੈਗਾਮ ਲਿਜਾਂਦਾ ਹੈ। ਕੁਰਾਨ ਦੀਆਂ ਬਹੁਤੀਆਂ ਆਇਤਾਂ ਇਹ ਮੁਹੰਮਦ ਸਾਹਿਬ ਪਾਸ ਲਿਆਇਆ ਸੀ, ਇਹ ਮੰਨਿਆ ਜਾਂਦਾ ਹੈ। ਮੈਕਾਇਲ ਇਹ ਜੀਆਂ ਨੂੰ ਅੰਨ ਪਾਣੀ ਦਿੰਦਾ ਤੇ ਵਰਖਾ ਕਰਦਾ ਹੈ। ਜਿਵੇਂ 3 ਚੇਲਿਆਂ ਦੀ ਗੱਲ ਕੀਤੀ ਗਈ ਉਸੇ ਤਰ੍ਹਾਂ ਇਸ ਮਤ ਵਿੱਚ ਵੀ ਇਹ ਗੱਲ ਚੱਲਦੀ ਹੈ। ਇਜ਼ਰਾਈਲ ਕਿਆਮਤ ਸਮੇਂ ਇਹ ਨਫੀਰੀ ਵਜਾਉਂਦਾ ਹੈ ਜਿਸ ਨਾਲ ਸੰਸਾਰ ਤੇ ਪਰਲੋ ਆ ਜਾਂਦੀ ਹੈ। ਮੁਰਦੇ ਕਬਰਾਂ 'ਚ ਉੱਠਣ ਦਾ ਅਨੁਮਾਨ ਜਿਹੜਾ ਹੈ ਉਹ ਲੱਗਦਾ ਹੈ। ਜਿਵੇਂ ਅੱਜ ਵੀ ਮੰਨਿਆ ਜਾਂਦੇ ਮੁਰਦੇ ਕਬਰਾਂ 'ਚੋਂ ਨਿਕਲਣਗੇ, ਇੱਥੇ ਵੀ ਹੈਲੋਵੀਨ ਵਾਲਾ ਕੋਈ ਚੱਕਰ ਜਿਹਾ ਚੱਲਦਾ, ਮੈਨੂੰ ਪੂਰੀ ਜਾਣਕਾਰੀ ਤਾਂ ਨਹੀਂ, ਪਰ ਵੀ ਮੰਨਦੇ ਨੇ ਵੀ ਉਹਨਾਂ ਦਿਨਾਂ 'ਚ ਮੁਰਦੇ ਕਬਰਾਂ 'ਚ ਜਿਹੜੇ ਆ ਉਹ ਜਾਗਦੇ ਕੋਈ ਜਿਹਾ ਸਿਸਟਮ ਹੈ। ਤਾਂ ਇਹ ਅਨੁਮਾਨ ਲਾਤਾ ਇਹ ਹੈਗਾ ਇਜ਼ਰਾਈਲ ਫਰਿਸ਼ਤਾ। ਜਿਹੜਾ ਫਰੀਦ ਜੀ ਨੇ ਇਹ ਇਸਰਾਈਲ ਹੈ, ਇਜ਼ਰਾਈਲ ਹੋਰ ਹੈ। ਇਜ਼ਰਾਈਲ ਹੈ ਇਹ ਮੌਤ ਦਾ ਫਰਿਸ਼ਤਾ ਹੈ। ਜਿਹੜਾ ਇਸਰਾਈਲ ਹੈ ਉਹ ਕਿਆਮਤ ਸਮੇਂ ਇੱਕ ਨਫੀਰੀ ਵਜਾਉਂਦਾ ਹੈ
ਤੇ ਜਿੰਨਾ ਸੰਸਾਰ ਤੇ ਪਰਲੋ ਆ ਜਾਂਦੀ ਹੈ ਤੇ ਮੁਰਦੇ ਕਬਰਾਂ ਚੋਂ ਉੱਠ ਕੇ ਮਨ ਬਾਹਰ ਆ ਜਾਣਗੇ, ਅੰਦਾਜ਼ਾ ਹੈ ਉਹਨਾਂ ਦਾ ਉਹ ਹੋਏਗਾ। ਤੇ ਜਿਹੜਾ ਇਜ਼ਰਾਈਲ ਹੈ ਇਹ ਮੌਤ ਦਾ ਫਰਿਸ਼ਤਾ ਮੰਨਿਆ ਜਾਂਦਾ ਹੈ। ਇਜ਼ਰਾਈਲ ਫਰਿਸ਼ਤਾ ਕਹਿ ਕਰ ਰਾਠਿਓ ਅੱਜ ਦੀ ਜਿੱਥੇ ਗੱਲ ਕੀਤੀ ਹੈ, ਇਸ ਨੂੰ ਮਲਕਲ ਮੌਤ ਵੀ ਕਿਹਾ ਗਿਆ ਹੈ ਇਸ ਫਰਿਸ਼ਤੇ ਨੂੰ, ਵੀ ਇਜ਼ਰਾਈਲ ਫਰਿਸ਼ਤਾ ਤਿਲਪੀੜੇ ਕਹਾਣੀ, ਇਹ ਗੋੜੀ ਵਾਰ ਗੋੜੀ ਦੇ ਵਿੱਚ ਵੀ ਇਹ ਗੱਲ ਇਸਤੇਮਾਲ ਜਿਹੜਾ ਹੈ ਲਫ਼ਜ਼ ਕੀਤਾ ਗਿਆ ਹੈ। ਤੋ ਇਹ ਫਰਿਸ਼ਤਾ ਲਫ਼ਜ਼ ਜਿਹੜਾ ਦੂਜੇ ਮੱਤ ਦੇ ਵਿੱਚੋਂ ਆਇਆ, ਤੇ ਇਸ ਦੂਜੇ ਮੱਤ ਦੇ ਵਿੱਚੋਂ ਇਹ ਫਰਿਸ਼ਤਾ ਲਫ਼ਜ਼ ਜਿਹੜਾ ਸੀ ਇਹ ਕਿਉਂਕਿ ਉਹਨਾਂ ਦੇ ਵਿੱਚ ਵਰਤਿਆ ਜਾਂਦਾ ਸੀ, ਇਸ ਤਰ੍ਹਾਂ ਇਹ ਲਫ਼ਜ਼ ਜਿਹੜਾ ਸੀ ਇਹ ਪ੍ਰਸਿੱਧ ਹੋ ਗਿਆ। ਅਗਲਾ ਲਫ਼ਜ਼ ਹੈ ਫੁਨਹ। ਇਹ ਇੱਕ ਛੰਦ ਦਾ ਨਾਮ ਹੈ ਫੁਨਹ, ਜਿਸ ਵਿੱਚ 4 ਵਰਨ, ਹਰ ਚਰਨ ਵਿੱਚ 21 ਮਾਤਰਾ ਹੁੰਦੀਆਂ ਹਨ। ਪਹਿਲਾ ਵਿਸਰਾਮ 11 ਮਾਤਰਾ ਤੇ ਦੂਜਾ 10 ਮਾਤਰਾ ਤੇ ਰਗਨ ਅੰਤ ਹੁੰਦਾ ਹੈ। ਹਿੰਦੀ ਸਾਹਿਤ ਵਿੱਚ ਇਹ ਅੜਿਲ ਕਰਕੇ ਵੀ ਪ੍ਰਸਿੱਧ ਮੰਨਿਆ ਜਾਂਦਾ ਹੈ। ਇਸ ਦੀ ਦਾਦੂ ਵਜ਼ੀਰ ਆਦਿ ਸੰਤਾਂ ਨੇ ਵੀ ਖੁੱਲ੍ਹ ਕੇ ਵਰਤੋਂ ਕੀਤੀ ਹੈ। ਇਸ ਛੰਦ ਨੂੰ ਫੁਨਹਾ ਜਾਂ ਚਾਂਦਰਾਇਨ ਵੀ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਫੁਨਹ ਸਿਰਲੇਖ ਦੇ ਕੇ 23 ਛੰਦ ਜਿਹੜੇ ਹਨ ਉਹ ਲਿਖੇ ਹਨ। ਜਿਹੜੇ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ 23 ਛੰਦਾਂ ਦਾ ਜਿਹੜਾ ਹੈ ਉਹ ਜ਼ਿਕਰ ਕੀਤਾ ਗਿਆ ਹੈ ਫੁਨਹ ਲਿਖ ਕੇ। ਤੋ ਹਰ ਬੰਦ 4 ਪੰਕਤੀਆਂ ਦਾ ਹੈ। ਇਹ ਥੋੜਾ ਜਿਹਾ ਹੋਰ ਇਹਦਾ ਆਪਾਂ ਜ਼ਿਕਰ ਕਰੀਏ ਵੀ ਫੁਨਹ ਸ਼ਬਦ ਦੀ ਉਤਪਤੀ ਪੁਨ ਤੋਂ ਹੋਈ ਹੈ। ਪੁਨਹ ਦਾ ਟੱਪਾ ਦੇ ਔਂਕੜ ਨੰਨਾ ਤੇ ਕਿ 2 ਬਿੰਦੀਆਂ ਜਿਹੜਾ ਹਾਹੇ ਦੀ ਆਵਾਜ਼ ਅੱਗੇ ਦਿੰਦੇ ਪੁਨਹ, ਤਾਂ ਪੁਨਹ ਤੋਂ ਹੋਈ ਹੈ। ਅਰਥਾਤ ਇਹ ਸ਼ਬਦ ਜਾਂ ਵਾਕੰਸ਼ ਦੇ ਜਿਹੜੇ ਕਾਵ ਬੰਦਾਂ ਵਿੱਚ ਵਾਰ-ਵਾਰ ਲਫ਼ਜ਼ ਜਿਹੜੇ ਹਨ ਉਹ ਆਉਂਦੇ ਹਨ। ਇਹ ਬਾਣੀ ਵਿੱਚ ਹਰਹਾ ਸ਼ਬਦ ਹਰ ਬੰਦ ਵਿੱਚ ਆਉਂਦਾ ਹੈ। ਸਖੀ ਕਾਜਲ ਹਾਰ ਤੰਬੋਲ ਸਭੇ ਕੀ ਸਾਜਿਆ, 16 ਕੀਏ ਸ਼ਿੰਗਾਰ ਕੇ ਅੰਜਨ ਪਾਜਿਆ, ਜੇ ਕਰ ਆਵੇ ਕੰਤ ਸਭ ਕਿਛ ਪਾਈਏ, ਹਰਹਾ ਕੰਤੇ ਬਾਜ ਸ਼ਿੰਗਾਰ ਸਭ ਬਿਰਥਾ ਜਾਈਏ। ਤੋ ਇੱਥੇ ਹਰਹਾ ਦਾ ਮਤਲਬ ਇਹ ਹਰੀ ਹੈ, ਬਸ ਹੋਰ ਕੁਝ ਵੀ ਇਹਦਾ ਇਸਤੇਮਾਲ ਨਹੀਂ ਹੈ। ਤੋ 23 ਬੰਦ ਜਿਹੜੇ ਹਨ ਇਹ ਹਨ ਤੇ ਹਰ ਬੰਦ ਦੀਆਂ 4 ਪੌੜੀਆਂ ਹਨ। ਇਹ ਸ਼ਿੰਗਾਰ ਰਸ ਭਰਪੂਰ ਬਾਣੀ ਮੰਨੀ ਜਾਂਦੀ ਹੈ। ਇਹ ਜਿਹੜੀ ਸ਼ਿੰਗਾਰ ਰਸ ਭਰਪੂਰ ਇਹਨੂੰ ਕਿਹਾ ਜਾਂਦਾ ਹੈ। ਇਸ ਬਾਣੀ ਵਿੱਚ ਵਿਯੋਗ ਸ਼ਿੰਗਾਰ ਦੀ ਅਭਿਵਿਅਕਤੀ ਵੀ ਹੋਈ ਹੈ। ਆਰੰਭ ਵਿੱਚ ਇਹਦੇ ਮੰਗਲਾਚਰਨ ਦਰਜ ਕੀਤਾ ਗਿਆ ਹੈ। ਗੁਰੂ ਦੀ ਮਹਿਮਾ ਦਾ ਲੇਖ ਇਹਦੇ ਵਿੱਚ ਹੋਇਆ ਹੈ। ਹਾਥ ਕਲਮ ਅਗੰਮ ਮਸਤਕ ਲੇਖਾਵਤੀ, ਉਰਜ ਰਿਓ ਸਭ ਸੰਗ ਅਨੂਪ ਰੁਬਾਵਤੀ, ਉਸਤਤ ਕਹਿ ਨਾ ਜਾਏ ਮੁਖੋ ਤੁਹਾਰੀਆ, ਮੋਹੀ ਦੇਖ ਦਰਸ਼ ਨਾਨਕ ਬਲਿਹਾਰੀਆ। ਇਹ ਇੱਥੋਂ ਇਸ ਪਿਆਰ ਦੀਆਂ ਗੱਲਾਂ ਵੀ ਕੀਤੀਆਂ ਜਾਂਦੀਆਂ ਹਨ। ਤੇ ਜਿਹੜਾ ਆਖਰੀ ਬੰਦ ਹੈ ਇਹ ਫੁਨਹ ਦਾ, ਇਸ ਬਾਣੀ ਦਾ ਉਹਦੀ ਜਿਹੜੀ ਜਿਹਨੂੰ ਕਹਿੰਦੇ ਆ ਵੀ ਉਹਨੂੰ ਕਨਕਲੂਜਨ ਜਿਹੜਾ ਹੈ ਉਹ ਕੀਤਾ ਹੈ ਵੀ ਇਹ ਪ੍ਰਮਾਤਮਾ ਦਾ ਨਾਮ ਇੱਕ ਬਹੁਤ ਹੀ ਔਸ਼ਧੀ ਹੈ ਜਾਂ ਕਹਿ ਲਈਏ ਦਵਾਈ ਹੈ, ਜਿਸ ਨੂੰ ਖਾਣ ਨਾਲ ਜਾਂ ਪੀਣ ਦੇ ਨਾਲ ਮਨੁੱਖ ਹਰ ਪ੍ਰਕਾਰ ਦੇ ਦੁੱਖਾਂ ਤੋਂ ਨਿਵਰਤੀ ਤੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਵਾਹਿਗੁਰੂ ਦੀ ਯਾਦ ਵਿੱਚ ਜੁੜੇ ਵਿਅਕਤੀਆਂ ਦੇ ਸਾਰੇ ਦੁੱਖ ਜਿਹੜੇ ਹਨ ਉਹ ਕੱਟੇ ਜਾਂਦੇ ਹਨ। ਇਸ ਜਿਹਦਾ ਆਖਰੀ ਜਿਹੜਾ ਬੰਦ ਹੈ ਉੱਥੇ ਲਿਖਿਆ ਹੈ ਵੈਦਾਂ ਸੰਧਾ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖਲੋਇਆ, ਜੋ ਉਹਨਾਂ ਕਰਮ ਸੁਕਰਮ ਹੋਏ ਪਸਰਿਆ, ਹਰਹਾਂ ਦੁਖ ਰੋਗ ਸਭ ਪਾਪ ਤਨ ਤੇ ਖਿਸਰਿਆ। ਵੈਦਾਂ ਸੰਧਾ ਮਤਲਬ ਸਤ ਸੰਗਤ ਰੂਪੀ ਇਕੱਠ ਜਿਹੜਾ ਸੀ ਉਹ ਇਕੱਠਾ ਹੋਇਆ। ਔਖਦ ਦਵਾਈ ਆਏ, ਔਖਦ ਮਤਲਬ ਦਵਾਈ, ਰਾਸ ਦਾ ਅਰਥ ਹੈ ਠੀਕ ਬੈਠਣਾ। ਔਖ ਤੇ ਆਏ ਰਾਸ ਵਿੱਚ ਆਪ ਖਲੋਇਆ, ਜਦੋਂ ਕਰਤਾ ਪੁਰਖ ਮਾਲਕ ਆਪ ਬਖਸ਼ਿਸ਼ ਕਰਦਾ ਹੈ ਉਦੋਂ ਦਵਾਈ ਠੀਕ ਬੈਠ ਗਈ। ਕਰਮ ਸੁਕਰਮ, ਸਾਧ ਸੰਗਤ ਵਿੱਚ ਜਾਣ ਵਾਲੇ ਵਿਅਕਤੀਆਂ ਦੇ ਸਾਰੇ ਕਰਮ ਜਿਹੜੇ ਹਨ ਉਹ ਸ਼ੁਭ ਬਣ ਜਾਂਦੇ ਹਨ। ਕਰਮ ਸ਼ੁਭ ਸਕਰਮ ਬਣ ਜਾਂਦੇ ਹਨ, ਸ਼ੁਭ ਕਰਮ ਬਣ ਜਾਂਦੇ ਹਨ ਤੇ ਹੋਏ ਪਸਰਿਆ, ਹਰਹਾਂ ਦੁਖ ਰੋਗ ਸਭ ਪਾਪ ਤਨ ਤੇ ਖਿਸਰਿਆ। ਖਿਸਰਿਆ ਦਾ ਅਰਥ ਹੈ ਦੂਰ ਹੋ ਜਾਣੇ, ਮਿਟ ਜਾਣੇ। ਜੋ ਖਿਸਰਿਆ ਦਾ ਅਰਥ ਜਿਹੜਾ ਹੈ ਦੁੱਖ ਰਹਿਣਾ, ਮਿਟ ਜਾਣੇ। ਤੋ ਇਹ ਬਾਣੀ ਦੇ ਕੁੱਲ 23 ਛੰਦ ਹਨ ਤੇ ਇਹਨਾਂ ਦੇ ਇੱਕ ਹੋਰ ਬਹੁਤ ਪਿਆਰੀ ਵੰਨਗੀ ਹੈ ਜਿਹੜੀ ਕੀਰਤਨ ਕਰਨ ਲੱਗਿਆ ਬਹੁਤ ਸਾਰੇ ਜਿਹੜੇ ਕੀਰਤਨੀਏ ਵੀ ਮੈਂ ਸੁਣੇ ਹਨ ਉਹ ਗਾਉਂਦਿਆਂ ਨੂੰ, ਉਹਦੇ ਚ ਇਹ ਦੂਜਾ 2 ਨੰਬਰ ਦਾ ਜਿਹੜਾ ਫੁਨਹ ਲਿਖਿਆ ਹੋਇਆ ਮਿਲਦਾ ਹੈ ਅੰਕ। ਸੰਤ ਸਭਾ ਮੈਂ ਬੈਸ
कि संत सभा में बैस के कीरत मैं कहाँ, अर्पी सब श्रृंगार ये जियो सब देवा, आस प्यासी सेज सुकंत बिछाइए, हर हां मस्तक होवे भागता साजन पाइए। बहुत मिठड़ी बोली है इस छंद दी, इस किस्म दी ਜਿਹੜੇ ਫੁਰਹੇ ਦੇ ਸ਼ਬਦਾਂ ਤੋਂ ਪੜ੍ਹਦੇ ਹਾਂ ਸਵਾਦ ਵੀ ਬੜਾ ਆਉਂਦਾ ਹੈ। तो ਇਹ ਸ਼ਬਦਾਵਲੀ ਵੀ ਬੜੀ ਪਿਆਰੀ ਬੜੀ ਮਿੱਠੀ ਜਿਹੜੀ ਹੈ ਉਹ ਦਿੱਤੀ ਗਈ ਹੈ। तो ਇੱਥੇ ਤਕਰੀਬਨ ਫੱਫੇ ਅੱਖਰ ਤੋਂ ਜਿੰਨੇ ਕੁ ਸੰਕੇਤ ਕੋਸ਼ ਦੇ ਵਿੱਚ ਆਏ ਹਨ ਉਹਨਾਂ ਦੀ ਸਮਾਪਤੀ ਹੋ ਜਾਂਦੀ ਹੈ। ਸਿਰਫ ਇੱਕ ਅੱਖਰ ਛੋਟਾ ਜਿਹਾ ਮੈਂ 2 ਮਿੰਟ ਦਾ ਫੇਰੂ ਲਫ਼ਜ਼ ਜਿਹੜਾ ਉਹ ਕਹਿ ਕੇ ਸਮਾਪਤੀ ਕਰਾਂ। ਭਾਈ ਫੇਰੂ ਜੀ ਦਾ ਜ਼ਿਕਰ ਵੀ ਸਿੱਖ ਇਤਿਹਾਸ ਵਿੱਚ ਕਿਉਂ ਆਉਂਦਾ ਹੈ? ਕਿਉਂਕਿ ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਜਿਹੜੇ ਮੱਤੇ ਦੀ ਸਰਾਏ ਨਜਰ ਨਾਂਗੇ ਦੀ ਸਰਾਏ ਵੀ ਕਿਹਾ ਗਿਆ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਸਨ ਤੇ ਇਹ ਆਪ ਜੀ ਫਿਰੋਜ਼ਪੁਰ ਦੇ ਹਾਕਮ ਦੇ ਇੱਕ ਖਜ਼ਾਨਚੀ ਵੀ ਸਨ। ਇਹਨਾਂ ਦਾ ਦੇਹਾਂਤ 1526 ਈਸਵੀ ਵਿੱਚ ਹੁੰਦਾ। ਭਾਈ ਸੱਤਾ ਤੇ ਬਲਵੰਡ ਜੀ ਨੇ ਜਦੋਂ ਮੈਂ ਰਾਮਕਲੀ ਕੀ ਵਾਰ ਰਾਏ ਬਲਵੰਡ ਤੇ ਸੱਤਾ ਧੂਮ ਆਖੀ ਦੇ ਵਿੱਚ ਭਾਈ ਸੱਤੇ ਨੇ ਸਤਿਗੁਰੂ ਜੀ ਦੀ ਮਹਿਮਾ ਜਦੋਂ ਬਿਆਨ ਕੀਤੀ ਤਾਂ ਫੇਰੂ ਦੇ ਪੁੱਤਰ ਅੰਗਦ ਨੂੰ ਗੁਰਿਆਈ ਪ੍ਰਾਪਤ ਕਰਨ ਬਾਰੇ ਭਾਵ ਫੇਰੂ ਦੇ ਪੁੱਤਰ ਗੁਰੂ ਅੰਗਦ ਸਾਹਿਬ ਨੂੰ ਗੁਰਿਆਈ ਪ੍ਰਾਪਤ ਕਰਨ ਵਾਸਤੇ ਖਡੂਰ ਦੀ ਰੌਣਕ ਜਿਹੜੀ ਸੀ ਉਹ ਦਿੱਤੀ, ਜਿੱਥੇ ਉਹ ਤਾਂ ਲਿਖਿਆ ਫੇਰ ਵਸਾਇਆ ਫੇਰੂਆਨ ਸਤਿਗੁਰ ਖਡੂਰ, ਵੀ ਫੇਰੂਆਨ ਦੇ ਪੁੱਤਰ ਭਾਈ ਫੇਰੂ ਦੇ ਪੁੱਤਰ ਨੇ ਇਹ ਖਡੂਰ ਨੂੰ ਆ ਕੇ ਵਸਾ ਦਿੱਤਾ। ਉਹਨਾਂ ਦੇ ਗੁਰੂ ਸਾਹਿਬ ਜੀ ਦੇ ਪਿਤਾ ਦਾ ਨਾਮ ਸੀ। ਇਸ ਵਾਸਤੇ ਰਾਏ ਇਹ ਜ਼ਿਕਰ ਦਾ ਰਾਮਕਲੀ ਰਾਏ ਬਲਵੰਤ ਦਾ ਸੱਤੇ ਡੂਮ ਆਖੀ ਦੇ ਵਿੱਚ ਕੀਤਾ ਗਿਆ ਹੈ। ਤਾਂ ਭਾਈ ਫੇਰੂ ਜੀ ਗੁਰੂ ਅੰਗਦ ਦੇਵ ਜੀ ਦੇ ਪਿਤਾ ਦਾ ਨਾਮ ਜਿਹੜਾ ਹੈ ਤੇ ਇਤਿਹਾਸ ਵਿੱਚ ਲਿਖਿਆ ਹੋਇਆ ਹੈ। ਤਾਂ ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ। ਇਸ ਤੋਂ ਅੱਗੇ ਬੱਬੇ ਅੱਖਰ ਦੇ ਜਿਹੜੇ ਹਨ ਉਹਦੀਆਂ ਵਿਚਾਰਾਂ ਆਪਾਂ ਸ਼ੁਰੂ ਕਰਾਂਗੇ। ਅੱਜ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਪਾਸੋਂ 2 ਹੱਥ ਜੋੜ ਕੇ ਮਾਫੀ ਮੰਗ ਰਿਹਾ ਹਾਂ ਜੀ। ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।